श्री वाहिगुरु जी। एक ओंकारा सतगुरु ते प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह है। विघ्न विनाशन सोए। पागठड़े हर संत तुम्हारे जिन कर तन हर नामा। प्रमाण गणी से आए सफलत न के कामा। मेरे राम हर जन कह हाँ बल जाई बल बल जाई। मेरे राम हर जन कह जी हाँ बल जाई बल बल जाई। मेरे राम बल जाई बल बल जाई। मेरे राम हर जन कह जाई बल बल जाई। मेरे राम हर जन के बल। बल बल जाई बल बल जाई बल बल जाई बल बल जाई। बल बल जाई बल बल जाई बल बल जाई बल बल जाई। राम हर जन के बल जाई बल बल जाई। मेरे राम हर जन के जी हाँ बल जाई बल बल जाई। मेरे राम हर जन के हाँ बल जाई बल बल। मेरे राम परम सत्कारयोग गुरां की साज के नवाजी साध संगत जी, जितने भी माई भाई साहिब श्री गुरु ग्रंथ साहब महाराज जी के पावन पवित्र चरणों के अंदर मेहंदी मड़ी सतगुरु ने अपार बख्शिश की है, कृपा की है, जो कि सत्कारयोग भाई करनैल सिंह जी मिस्त्री साहबान जिन्हों के ग्रह वेखे कई रोज तो लैके तुरकी बाणी काली बाणी दे श्री सहज पाठ पर आरंभ सन। गुरु जी ने कृपा की है, बख्शिश की है। आप जी ने भोग दे श्लोक हुणी सरवण किए हैं। गुरु जी फरमान करते हैं एक घड़ी अद्धी घड़ी अद्धी हूँ ते याद। भगत न सेती गोष्ठ जो कीने सो लाभ। भगत कबीर जी महाराज कहते एक घड़ी 24 मिनटां दी, अद्धी घड़ी 12 मिनटां दी, उदों भी अद्धी घड़ी 6 मिनटां दी,
ਕਹਿੰਦੇ ਇੰਨਾ ਕੁ ਸਮਾਂ ਜਿਹੜਾ ਉਹ ਪਰਮਾਤਮਾ ਦੀ ਯਾਦ ਵਿੱਚ ਜੁੜ ਕੇ ਬੈਠ। ਭਾਵੇਂ ਵਾਅਦਾ ਤਾਂ ਕਰਕੇ ਆਇਆ ਸੀ ਮੈਂ 2.5 ਘੰਟੇ ਨਾਮ ਜਪੂੰਗਾ। ਜਦੋਂ ਉਸ ਮਾਤਾ ਦੇ ਉਦਰ ਦੇ ਵਿੱਚ ਕੁੰਭੀ ਨਰਕ ਦੇ ਵਿੱਚ ਮਨੁੱਖ ਸੀ, ਉਸ ਵਕਤ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੀ, ਸੱਚੇ ਪਾਤਸ਼ਾਹ ਮੈਨੂੰ ਇਸ ਜਠਰ ਅਗਨ ਵਿੱਚ ਇੱਕ ਵਾਰੀ ਬਾਹਰ ਕੱਢ ਦੇ, ਮੈਂ ਤੇਰਾ ਸਾਰੀ ਜ਼ਿੰਦਗੀ ਬੈਠ ਕੇ ਨਾਮ ਹੀ ਜਪੀ ਜਾਊਂਗਾ। ਮਹਾਰਾਜ ਕਹਿਣ ਲੱਗੇ ਬੜੇ ਆਏ ਤੇਰੇ ਵਰਗੇ ਪਹਿਲਾਂ ਇੱਥੇ। ਉਹ ਵੀ ਇਹੀ ਵਾਅਦਾ ਕਰਕੇ ਗਏ ਸੀ, ਅਸੀਂ ਤੇਰਾ ਸਾਰੀ ਜ਼ਿੰਦਗੀ ਨਾਮ ਹੀ ਜਪੀ ਜਾਵਾਂਗੇ। ਪਰ ਜਦੋਂ ਉਹਨਾਂ ਨੂੰ ਜਗ ਸੰਸਾਰ ਦੀ ਮਾਇਆ ਲੱਗੀ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਗ ਸੰਸਾਰ ਦੀ ਜਦੋਂ ਹਵਾ ਲੱਗੀ, ਫਿਰ ਆ ਕੇ ਉਹ ਸਾਰਾ ਕੁਝ ਭੁੱਲ ਗਏ, ਜਿਹੜਾ ਪਰਮਾਤਮਾ ਨਾਲ ਵਾਅਦਾ ਕਰਕੇ ਆਏ ਸੀ ਸਭ ਕੁਝ ਭੁੱਲ ਗਏ। ਮਹਾਰਾਜ ਜੀ ਕਹਿੰਦੇ ਉਸ ਵਕਤ ਮਨੁੱਖ ਨੇ ਕਿਹਾ ਮੈਂ ਸਾਰੀ ਜ਼ਿੰਦਗੀ ਬੈਠ ਕੇ ਨਾਮ ਜਪੂ, ਸਾਰਾ ਦਿਨ ਸਾਰੀ ਰਾਤ ਮੈਂ ਪਰਮਾਤਮਾ ਦਾ ਹੀ ਨਾਮ ਜਪੀ ਜਾਊਂਗਾ। ਤਾਂ ਉਸ ਵਕਤ ਪਰਮਾਤਮਾ ਨੇ ਕਿਹਾ ਮੈਨੂੰ ਪਤਾ ਹੈ ਜਦੋਂ ਤੂੰ ਜਗ ਸੰਸਾਰ ਦੇ ਵਿੱਚ ਚਲਿਆ ਗਿਆ ਨਾ, ਫਿਰ ਤੂੰ ਭੁੱਲ ਜਾਏਗਾ, ਪਰਮਾਤਮਾ ਨੂੰ ਭੁੱਲ ਜਾਏਗਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਮੋਹਰ ਲਾ ਕੇ ਗੱਲ ਕਹਿ ਦਿੱਤੀ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਸਤਿਗੁਰੂ ਜੀ ਨੇ ਬੜੇ ਪਿਆਰ ਦੇ ਵਿੱਚ ਆ ਕੇ ਸਮਝਾਉਣਾ ਕੀਤਾ ਹੈ। ਮਹਾਰਾਜ ਜੀ ਕਹਿੰਦੇ ਉਹ ਦਾਵਾ ਸਾਰਾ ਭੁੱਲ ਗਿਆ, ਜਿਹੜਾ ਪਰਮਾਤਮਾ ਨੇ ਕੀਤਾ ਸੀ ਨਾ ਉਹ ਸਾਰਾ ਭੁੱਲ ਗਿਆ। ਕਿਹੜਾ? ਮੱਥੇ ਲੱਗ ਗਈ ਜਗਤ ਦੀ ਮਾਇਆ ਜੀ, ਰਾਮ ਨਾਲੋਂ ਲਿਵ ਟੁੱਟ ਗਈ। ਮੱਥੇ ਲੱਗ ਗਈ ਜਗਤ ਦੀ ਮਾਇਆ, ਰਾਮ ਨਾਲੋਂ ਲਿਵ ਟੁੱਟ ਗਈ। ਮੱਥੇ ਲੱਗ ਗਈ ਜਗਤ ਦੀ ਮਾਇਆ, ਰਾਮ ਨਾਲੋਂ ਲਿਵ ਟੁੱਟ ਗਈ ਜੀ। ਮੱਥੇ ਲੱਗ ਗਈ ਜਗਤ ਦੀ ਮਾਇਆ, ਰਾਮ ਨਾਲੋਂ ਲਿਵ ਟੁੱਟ ਗਈ। ਮੱਥੇ ਲੱਗ ਗਈ ਜਗਤ ਦੀ ਮਾਇਆ, ਰਾਮ ਨਾਲੋਂ ਲਿਵ ਟੁੱਟ ਗਈ। ਮੱਥੇ ਲੱਗ ਗਈ ਜਗਤ ਦੀ ਮਾਇਆ, ਰਾਮ ਨਾਲੋਂ ਲਿਵ ਟੁੱਟ ਗਈ। ਜੀ ਰਾਮ ਨਾਲੋਂ ਜੀ ਲਿਵ ਟੁੱਟ ਗਈ, ਰਾਮ ਨਾਲੋਂ ਜੀ ਲਿਵ ਟੁੱਟ ਗਈ। ਉਹ ਰਾਮ ਨਾਲੋਂ ਲਿਵ ਟੁੱਟ ਗਈ, ਤੇ ਰਾਮ ਨਾਲੋਂ ਜੀ ਲਿਵ ਟੁੱਟ ਗਈ। ਰਾਮ ਨਾਲੋਂ ਜੀ ਲਿਵ ਟੁੱਟ ਗਈ, ਰਾਮ ਨਾਲੋਂ ਜੀ ਲਿਵ ਟੁੱਟ ਗਈ। ਜੀ ਮੱਥੇ ਲੱਗ ਗਈ ਜਗਤ ਦੀ ਮਾਇਆ ਜੀ, ਜਗਤ ਦੀ ਰਾਮ ਨਾਲੋਂ ਲਿਵ ਟੁੱਟ ਗਈ। ਮੱਥੇ ਲੱਗ ਗਈ ਜਗਤ ਦੀ ਮਾਇਆ, ਰਾਮ ਨਾਲੋਂ ਲਿਵ ਟੁੱਟ ਗਈ। ਮੱਥੇ ਲੱਗ ਗਈ ਜਗਤ ਦੀ ਮਾਇਆ ਜੀ, ਰਾਮ ਨਾਲੋਂ ਲਿਵ ਟੁੱਟ ਗਈ। ਮੱਥੇ ਲੱਗ ਗਈ ਜਗਤ ਦੀ ਮਾਇਆ, ਰਾਮ ਨਾਲੋਂ ਲਿਵ ਟੁੱਟ ਗਈ। ਮਾਇਆ ਰਾਮ ਨਾਲੋਂ ਲਿਵ ਟੁੱਟ ਗਈ। ਮੱਥੇ ਲੱਗ ਗਈ ਜਗਤ ਦੀ ਮਾਇਆ, ਰਾਮ ਨਾਲੋਂ ਲਿਵ ਟੁੱਟ ਗਈ। ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹੁਣ ਭਗਤ ਕਬੀਰ ਜੀ ਕਹਿੰਦੇ ਮਨੁੱਖ ਵਾਅਦਾ ਕਰਕੇ ਆਏ ਮੈਂ ਤੇਰਾ ਨਾਮ ਜਪੂ। ਔਖਾ ਬਹੁਤ ਹੈ ਪਰਮਾਤਮਾ ਦਾ ਨਾਮ ਜਪਣਾ। ਗੱਲਾਂ ਤਾਂ ਬਥੇਰੀਆਂ ਲੋਕੀ ਮਾਰ ਲੈਣਗੇ,
बहुत कुछ जिवें लाहौर की धरती में 4 भगत रहिंदे ने इकट्ठे 4 भगत छज्जू जी, भगत कान्हा जी, भगत शाह सैन जी। एक दिन वो लंघे जा रहे सी, किते कोई मकान बनता है, अध समान विच पौड़ियां लगियां, मिस्त्री सिंह लगे हुए ने, मजदूरां ने ते मिस्त्रियां ने मखौल कर दिता रब दे फकीरां नूं। पर रब दे नाम की गल करदा भी परमात्मा का नाम किन्ना औखा है, जे सौखा होवे फिर सारी जपण। महात्मा तुरे जांदे ने चारे, गर्मी का महीना, हत्थ विच माला फड़िया हुई ने, छतरियां लईआं ने, चिट्टे चिट्टे कपड़े पाए ने। देख के मखौल करया, कहंदे आ जांदे ने वेलड़ साध, ये कुछ कहने लोग आ जाते ने बेलड़ साध, चंगा खांदे ने ते मंदा बोलते ने। भगत छज्जू जी महाराज चुप करके लंघ गए। जदों भगत छज्जू जी चुप करके लंघ गए तो शाम का वक्त होया, शाहूकार दे घर चले गए। जाके पूछया तेरा किन्ना के चिर दा काम है? शाहूकार ने आख्या जी मेरा तो जिहड़ा सालां बद्धी चलना काम, 1 साल लग जाना, हजे तो 2 मंजिला 3 मंजिला उपर लैके जानी है, कोठी बनाऊँ वधिया। भगत जी कहन लगे हो करी, कल नूं सारे मिस्त्री ते सारे मजदूर साडे घर भेज दी। वो कहन लगे जी ठीक है, सत्कार करते सी भगत छज्जू जी दे सारे। अगला दिन होया, सारे मजदूर सारे मिस्त्री इकट्ठे होके आ गए। शाहूकार ने हथ बन के आख्या करो, 1 दिन ही है, भगत छज्जू जी महाराज के घर जाके काम करके आओ, 1 दिहाड़ी है, पैसे नहीं लेने भगतां तो, सारी मजदूरी मैं देऊँगा। कहन लगे जी ठीक है, चलो। सारे इकट्ठे होए। भगत छज्जू जी का चवारा अज भी मशहूर है लाहौर की धरती विच। वर्णन करया उन्होंने, जो सुख छज्जू दे चवारे ना बलख ना बखारे। सारे मजदूर ते मिस्त्री आ गए। भगत छज्जू जी बैठे ने चिट्टी चादर दे उत्ते, माला हत्थ विच फड़ी है, वाहिगुरू वाहिगुरू राम राम परमात्मा की रटन लाई हुई है। जाके मिस्त्री ने हथ बन के सारे ने फतेह बुलाई। सारे मजदूरों ने फतेह की सांझ करी। हाँ दसो भगत जी की काम है तुहाडा? आउण सर सब तो पहले ही सवाल पूछया, सारे नहा के आए हो? बोलो सतनाम श्री वाहिगुरू। सारे मजदूरों ने सारे मिस्त्री ने पूछा स्नान करके आए हो? चलो कई बारी कई ऐसे होंदे ने आलसी जे नहीं भी नहाउंदे, सियाल दे विच तां तकरीबन। अद्धिया ने कहा जी हाँ असीं नहा के आए, अद्धिया ने कहा असीं नहाते नहीं है। चंगा वो सामने नलका जाओ, मूँह हत्थ धोवो, आ चवारे विच चढ़ जाओ। करना की है? कहंदे करना कुछ नहीं, पूरी मजदूरी मिलूगी। चिट्टियां चादरां उत्ते विछियां हुई ने, 1-1 माला पई है, बह जाओ परमात्मा का नाम जपो। पूरी दिहाड़ी शाहूकार तुहानूं 2 टाइम का प्रशादा दिंदा, कहंदे हाँ तुहानूं 3 टाइम का प्रशादा मिलूगा, 3 टाइम। चलो ठीक है जी, सारे चढ़ गए। चवारे विच देखे आसन लगे हुए ने, 1-1 माला पई है, चुक ली सारे ने। जाके लागे वाहगुरू वाहगुरू करन। 5-7 मिनट ही लंघे, बघियाड़ वासियां आउण लग गईयां, तोड़ लग गई, किसी का गोडा उपर लत्त उपर, चौंकड़ा मारन का सुभाव नहीं ना बनिया। अद्धा घंटा मसा पौना क घंटा लाया, धरके वाला सारे थल्ले आ गए। भगत जी ये काम सत्थों नहीं हुंदा। क्यों? परमात्मा दे नाल वादा की करके आए सी, आवण को एकै को आया, जन्मत मोहियो मोहनी माया। वो तुसी सारे परमात्मा की बंदगी करन वास्ते, असल काम तो तेरा तुहाडा ये है। ये केड़ा काम है? अवर काज तेरे किते ना काम, मिल साध संगत भज केवल नाम। बाकी तो तुहाडा परमात्मा के नाम तो बिना तो जिहड़ा तुसी एमी काम बनाए ने। गुरु अर्जन देव महाराज जी ने मोहर ला के कह दिता, पंकज मोह पग नहीं चल, हम देखै तह डूबिए वे। वो तुसी कल की बोलते सी? तुसी कहते सी भी आ बेलड़ साध ने, चिट्टे चिट्टे कपड़े पाउंदे ने, चंगा खांदे ने ते मंदा बोलते ने। ते हुण तुसी चंगा भी खाओ, चिट्टे कपड़े भी पाओ, ते बैठो परमात्मा का नाम जपो। सारे ने हथ बन ते
ਭਗਤ ਜੀ ਇਹ ਕੰਮ ਅਸੀਂ ਨਹੀਂ ਕਰ ਸਕਦੇ। ਕਹਿੰਦੇ ਮੈਂ ਤਾਂ ਪਹਿਲਾਂ ਹੀ ਕਿਹਾ ਸੀ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੋਹਰ ਲਾ ਕੇ ਕਹਿ ਦਿੱਤਾ, ਔਖਣੇ ਔਖਾ ਸਾਚਾ ਨਾਮ। ਉਹ ਪ੍ਰਮਾਤਮਾ ਦਾ ਨਾਮ ਜਪਣਾ ਬੜਾ ਔਖਾ ਹੈ। ਹੋਰ ਮਨੁੱਖ ਕੰਮ ਕਰ ਲੂ, ਔਖੇ ਤੋਂ ਔਖਾ ਕੰਮ ਕਰ ਲੂ। ਆ ਝੜ ਲੱਗਿਆ ਨਾ, ਹੁਣ ਦੇਖੋ ਧੁੰਦਾਂ ਪੈਂਦੀਆਂ ਨੇ, ਦਿਹਾੜੀਦਾਰ ਫਿਰ ਵੀ ਕੰਮ ਤੇ ਵਗ ਜੂਗਾ। ਕੋਈ ਮੋਟਰ ਗੱਡੀ ਚਲਾਉਂਦਾ ਬੰਦਾ, ਉਹ ਕਹਿੰਦਾ ਡਰਾਈਵਰ ਕਹਿੰਦਾ ਮੈਂ ਬਹੁਤ ਔਖਾ ਹੈ ਮੋਟਰ ਗੱਡੀ ਚਲਾਉਣੀ, ਜਦੋਂ ਰਾਤ ਨੂੰ ਕਹਿੰਦਾ ਬਹੁਤ ਔਖੀ ਹੈ ਮੈਨੂੰ। ਮਹਾਰਾਜ ਜੀ ਕਹਿੰਦੇ ਇਹ ਵੀ ਕੰਮ ਹੋ ਜਾਊਗਾ, ਲਾਈਟਾਂ ਹੋਰ ਤੇਜ਼ ਲਾ ਲੈਣਗੇ, ਧੁੰਦ ਵਾਲੀਆਂ ਲਾਈਟਾਂ ਹੋਰ ਹੁੰਦੀਆਂ ਉਹ ਲਾ ਲੈਣਗੇ ਕਹਿੰਦੇ। ਪਰ ਜਿਹੜਾ ਕੰਮ ਹੈ ਨਾ ਪਰਮਾਤਮਾ ਦੇ ਨਾਮ ਦਾ, 24 ਘੰਟੇ ਵੀ ਕੰਮ ਕਰਦੇ ਬੰਦੇ ਮੈਂ ਦੇਖੇ, 24 ਘੰਟੇ। ਪਰ ਜੇ ਕਿਤੇ ਇੱਧਰਲੇ ਪਾਸੇ ਭਗਤ ਕਬੀਰ ਜੀ ਕਹਿੰਦੇ ਬਹੁਤਾ ਚਿਰ ਨਹੀਂ, 1 ਘੜੀ 24 ਮਿੰਟ, ਆਧੀ ਘੜੀ 12 ਮਿੰਟ, ਆਧੀ ਹੁਣ ਤੇ ਆਦ ਕਹਿੰਦੇ 6 ਮਿੰਟ ਹੀ ਬਹਿ ਜਾ, ਪਰਮਾਤਮਾ ਦਾ ਨਾਮ ਜਪ ਲੈ। ਮਾਫ ਕਰਿਓ ਪਿਆਰਿਓ, ਕਹਿੰਦੇ ਤਾਂ ਮੈਨੂੰ ਬਹੁਤ ਲੋਕ ਨੇ ਵੀ ਇਹ ਬੋਲ ਪੜਾਕਾ ਬੋਲ ਦਿੰਦਾ। ਹੁਣ ਭੋਗ ਦੇ ਸ਼ਲੋਕ ਜਿਹੜੇ ਹੈ ਪੜ੍ਹੇ ਗਏ ਨੇ, ਕਿੰਨਿਆਂ ਕੁ ਨੇ ਸਰਵਣ ਕੀਤੇ ਨੇ? ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਕਿੰਨਿਆਂ ਕੁ ਨੇ ਬੈਠ ਕੇ ਬਿਰਤੀ ਲਾ ਕੇ ਕਿੰਨਿਆਂ ਕੁ ਨੇ ਸੁਣਿਆ ਹੋਣਾ ਹੈ? ਇਹ ਤਾਂ ਹੁਣ ਦੀ ਗੱਲ ਹੈ ਨਾ। ਕਿੰਨਾ ਸਮਾਂ ਲੱਗਿਆ? ਤਕਰੀਬਨ 10-12 ਮਿੰਟ ਲੱਗਦੇ, ਵੱਧ ਤੋਂ ਵੱਧ 15 ਮਿੰਟ ਲੱਗਦੇ ਹੋਣਗੇ ਭੋਗ ਦੇ ਸ਼ਲੋਕਾਂ ਨੂੰ। ਉਹ 'ਚ ਵੀ ਅਸੀਂ ਕਿਤੇ ਇੱਧਰ ਸਾਰਾ ਪਾਠ ਤਾਂ ਸੁਣਨ ਦੀ ਇੱਕ ਪਾਸੇ ਗੱਲ ਹੈ, ਉਹ ਗੁਰੂ ਨਾਨਕ ਦੇਵ ਮਹਾਰਾਜ ਨੂੰ ਇਹ ਗੱਲ ਕਹਿਣੀ ਪੈ ਗਈ ਜੀ, ਸਾਰੇ ਕੰਮ ਸੌਖੇ ਜੀ ਔਖਾ ਹੈ ਨਾਮ ਜਪਣਾ, ਸਾਰੇ ਕੰਮ ਸੌਖੇ ਜੀ ਔਖਾ ਹੈ ਸਿਮਰਨ ਕਰਨਾ। ਸਾਰੇ ਕੰਮ ਸੌਖੇ ਜੀ ਔਖਾ ਹੈ ਸਿਮਰਨ ਕਰਨਾ, ਸਾਰੇ ਕੰਮ ਸੌਖੇ ਜੀ ਔਖਾ ਹੈ ਸਿਮਰਨ ਕਰਨਾ, ਸਾਰੇ ਕੰਮ ਸੌਖੇ ਜੀ ਔਖਾ ਹੈ ਸਿਮਰਨ ਕਰਨਾ, ਸਾਰੇ ਕੰਮ ਸੌਖੇ ਜੀ ਔਖਾ ਹੈ ਸਿਮਰਨ ਕਰਨਾ। ਜਿਹੜੇ ਜਪਦੇ ਨੇ ਉਹਨਾਂ ਨੂੰ ਬਹੁਤਾ ਆਨੰਦ ਹੈ। ਗੁਰਬਾਣੀ ਵਿੱਚ ਸਾਹਿਬ ਜੀ ਫਰਮਾਨ ਕਰਦੇ ਹਨ, ਕਹਿੰਦੇ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਆਓ ਥੋੜਾ ਜਿਹਾ ਸਮਾਂ ਵਿਚਾਰ ਦੇ ਨਾਲ ਜੁੜੀਏ। ਭਗਤ ਕਬੀਰ ਜੀ ਮਹਾਰਾਜ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਨਾ, ਅੱਜ ਉਹਨਾਂ ਨੂੰ ਯਾਦ ਕੀਤਾ ਜਾਂਦਾ। ਭਗਤ ਕਬੀਰ ਜੀ ਨੇ ਨਾਮ ਜਪਿਆ ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿਚਕਾਰ ਬੈਠੇ ਹਨ। 15 ਭਗਤਾਂ ਵਿੱਚ ਅੱਜ ਮਾਣ ਹੈ। ਭਗਤ ਕਬੀਰ ਜੀ ਦੇ ਘਰ ਦੇ ਵਿੱਚ ਗਰੀਬੀ ਬਹੁਤ ਹੈ। ਆਰਥਿਕ ਪੱਖ ਤੋਂ ਜ਼ਰੂਰ ਤੰਗ ਨੇ, ਆਰਥਿਕ ਪੱਖ ਤੋਂ ਭਾਵ ਮਾਇਆ ਤੋਂ। ਲੋਕ ਇਹ ਮਾਇਆ ਦੇ ਵਿੱਚ ਸੁੱਖ ਚਾਹੁੰਦੇ ਨੇ, ਪਰ ਗੁਰੂ ਜੀ ਕਹਿੰਦੇ ਇਸ ਮਾਇਆ ਵਿੱਚ ਸੁੱਖ ਨਹੀਂ ਹੈ। ਸੁੱਖ ਨਾਹੀ ਰੇ ਹਰ ਭਜਨ ਬਿਨਾ, ਪਰਮਾਤਮਾ ਦੇ ਨਾਮ ਤੋਂ ਬਿਨਾ ਕਿਤੇ ਸੁੱਖ ਨਹੀਂ ਹੈ। ਭਗਤ ਕਬੀਰ ਜੀ ਬੈਠੇ ਨੇ ਘਰ ਦੇ ਵਿੱਚ, ਅਤਿਅੰਤਾਂ ਦੀ ਗਰੀਬੀ ਹੈ। 2 ਬੱਚੇ ਨੇ ਭਗਤ ਕਬੀਰ ਜੀ ਦੇ, ਇੱਕ ਕਮਾਲਾ, ਬੱਚੇ ਦਾ ਨਾਮ, ਬੇਟੇ ਦਾ ਨਾਮ ਕਮਾਲਾ ਹੈ, ਬੱਚੀ ਦਾ ਨਾਮ ਕਮਾਲੀ ਹੈ। 4 ਜਾਣੇ ਨੇ। ਪਰ ਜਦੋਂ ਵੀ ਕੋਈ ਸਾਧੂ ਆਉਂਦਾ, ਮਹਾਂਪੁਰਖ ਆਉਂਦਾ ਨਾਮ ਜਪਣ ਵਾਲਾ, ਉਹਨਾਂ ਨੂੰ ਭੋਜਨ ਬਣਾ ਕੇ ਛਕਾਉਂਦੇ ਤੇ ਸਾਰੀ ਰਾਤ ਬੈਠ ਕੇ ਪ੍ਰਮਾਤਮਾ ਦਾ ਨਾਮ ਜਪਦੇ ਨੇ। ਜਿਹੜਾ ਧੰਨ ਭਗਤ ਕਬੀਰ ਜੀ ਕੋਲੇ ਸੀ ਉਹ ਦੁਨਿਆਵੀ ਲੋਕਾਂ ਕੋਲੇ ਨਹੀਂ ਹੈ। ਮੈਂ ਇੱਥੇ ਵਿਚਾਰ ਸ਼ੁਰੂ ਕਰੀਏ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਭਾਗ ਠੜੇ ਹਰ ਸੰਤਤ ਮਾਰੇ, ਜਿਨ ਘਰ ਧਨ ਹਰ ਨਾਮਾ। ਕਹਿੰਦੇ ਉਹਨਾਂ ਕੋਲੇ ਪਰਮਾਤਮਾ ਦੇ ਨਾਮ ਦਾ ਧਨ ਹੈ। ਸਾਧੂ ਆਉਂਦੇ ਨੇ, ਕਿਸੇ ਨੂੰ ਭੁੱਖਾ ਨਹੀਂ ਜਾਣ ਦਿੰਦੇ ਭਗਤ ਕਬੀਰ ਜੀ। ਤੇ ਅੱਜ ਉਹ ਭਗਤ ਕਬੀਰ ਜੀ ਦੀ ਜਿਹੜੀ ਲੜਕੀ ਹੈ ਉਹ ਜਵਾਨ ਹੋਈ। ਮਾਤਾ ਲੋਈ ਨੇ ਆਖਿਆ, ਭਗਤ ਜੀ ਇਉਂ ਕਰੋ, ਆਪਣੀ ਜਿਹੜੀ ਬੱਚੀ ਹੈ ਨਾ ਉਹ ਕਮਾਲੀ ਹੁਣ ਵਿਆਹੁਣ ਯੋਗ ਹੋ ਗਈ, ਤੇ ਕਿਰਪਾ ਕਰੋ ਇਸ ਬੱਚੀ ਦਾ ਕਿਤੇ ਵਿਆਹ ਮੰਗਣੀ ਕਰ ਦਿਓ, ਰਿਸ਼ਤਾ ਕਰਾਓ, ਵੇਖ ਕੇ ਕੋਈ ਸਾਧੂ ਚੰਗਾ ਮਹਾਂਪੁਰਖ ਹੋਵੇ, ਚੰਗਾ ਬੱਚਾ ਮਿਲ ਜਾਵੇ ਕੋਈ। ਭਗਤ ਕਬੀਰ ਜੀ ਕਹਿਣ ਲੱਗੇ, ਠੀਕ ਹੈ, ਚਲੋ ਇਹ ਵੀ ਜ਼ਰੂਰੀ ਹੈ, ਇਹ ਫਰਜ਼ ਹੈ। ਭਗਤ ਕਬੀਰ ਜੀ ਮਹਾਰਾਜ ਲੈ ਕੇ ਕਮਾਲੇ ਨੂੰ ਬਾਹਰ ਗਏ। ਕੋਈ ਦੇਖ ਕੇ ਲਟਕਾ ਚੰਗਾ
सगन करके वापस मुड़ आए। शाम का वक्त होया, भगत कबीर जी भी आ गए, कमाला जी बेटा बच्चा भी आ गया। ते माता लोई जी पूछते ने भगत जी घर आए रिश्ता? कहते हाँ घर आए। अच्छा किहो जिहा लड़का है? बड़ा सुंदर है, वधिया दैवी गुण ने उहदे विच, चंगे गुण ने भाव। ये गल्लां करदियां करदियां माता लोई जी उच्ची उच्ची रोन लग पे। भगत कबीर जी कहन लगे तू आप ही तो कहा सी भी लड़की का रिश्ता कर आओ, तो हुण तो उच्ची उच्ची रोन लग पई। कमाले ने अपनी माता नूं बुक्कड़ विच लिया। माता कारण की है? माता लोई जी कहन लगे मैं इस करके नहीं रोंदी, मेरे तो एक गल याद आई कि भगत कबीर जी महाराज ने लड़की की शादी करन वास्ते दिन भी बन दिता, सगन भी कर आए। पर कमालिया बेटा गल सुन। माता लोई जी ने दो शब्द बड़े प्यार दे आखे, तुसी ब्याह कमाली दा रखिया ए, तुसी ब्याह कमाली दा रखिया है, घर विच आटा लून कोई दाल है नी। भगत जी गल सुनो, घर विच तो कुछ भी नहीं है। एक टाइम का भोजन तैयार हुंदा, वो साधु आ जाते हैं, पंज चारों खा के चले जाते हैं। नाम दी धन की गल करदा मैं। जिन्हों ने कहता प्रभ डोरी हाथ तुम्हारे, रब दे उस चरणों दे विच अपनी जीवन की डोरी सुट दी। कहन लगी तुसी ब्याह तो रखा है, घर में तो कुछ भी नहीं, कानी कौडी भी नहीं, ना लूण है, ना मिर्चा है, ना हल्दी है, ना होर कुछ है, कुछ भी नहीं हैगा। ते तुसी ब्याह रखा है, घर में आटा लूण कोई दाल है नी। लोकी अगे ही बहुत मखौल कर दे, लोकी अगे ही बहुत मखौल कर दे। बहुत कुछ कहते हैं दुनिया के लोग। आ देखो बड़े भगत बने फिरते हैं, कपड़े पाटे हुए पाए ने, घर बना नहीं सकते, भुखे मरते ने, चूहे भी इन्हों के घर दे विच। लोकी अगे ही बहुत मखौल कर दे, रब दे भगतां दा मंदड़ा हाल है जी। अच्छा कहते हाँ हुण किवें करांगे ब्याह? भगत कबीर जी कहते गल सुन, तैनू उस परमात्मा के उत्ते भरोसा नहीं है? कहती है तो सही, हुण कल्ला भरोसा भी की करांगे? कहती जो घर दे विच ही कुछ है नहीं, जो ब्याहण आया बच्चा 5-10 साधु तो उहदे नाल होणगे ही, ते उन्हां दा कोई चाह पानी का, कोई रोटी का सारा प्रबंध करना पऊगा। भगत कबीर जी कहन लगे हो जूगा। वो आपां तो शरीर दिता है, जब दांत नहीं तब दूध दिया। कहते जो दंद नहीं सी उदों भी परमेश्वर ने हीला कर दिता सी, हुण दंद हुण भोजन का हीला कर दिता, रहन वास्ते मकान देता, पाउण वास्ते कपड़े दे दिते, धीआं पुत्र दे दिते। लोई अजे रब ने लुको के की रखिया? भगत कबीर जी महाराज कहन लगे गल सुन, तैनू भरोसा है? कहती है, जे है तो फिर पढ़ा गल। ओ जी ने ता जगत बगीचा लाया, पालन हारा माली है। जी ने जगत बगीचा लाया, पालन हारा माली है। जी ने जगत बगीचा लाया, पालन हारा माली है। जी ने जगत बगीचा लाया, पालन हारा माली है। जी ने जगत बगीचा लाया, पालन हारा माली है। जी ने जगत बगीचा लाया, पालन हारा माली है। जेड़े जीव पत्थर विच रहिंदे भी पेट किवें भर लैंदे, जेड़े जीव पत्थर विच रहिंदे भी पेट किवें भर लैंदे। ऐसा है दरबार, ओदा ऐसा है दरबार, जांदा कोई ना खाली है। जी ने जगत बगीचा लाया, पालन
बगीचा लाया पालन हारा मालिए जिने जगत बगीचा लाया पालन हारा मालिए। ਭਗਤ ਕਬੀਰ ਜੀ ਕਹਿੰਦੇ ਉਹ ਪਰਮਾਤਮਾ ਬੜਾ ਬੇਅੰਤ ਹੈ, ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜਗੰਤਰ ਖਾਹੀ ਖਾਇਓ। ਪਰਮਾਤਮਾ ਹਰ ਇੱਕ ਨੂੰ ਦਿੰਦਾ ਹੈ। ਚਲੋ ਭਗਤ ਕਬੀਰ ਜੀ ਮਹਾਰਾਜ ਕਹਿਣ ਲੱਗੇ ਇਉਂ ਕਰੋ, ਖੱਡੀ ਦਾ ਕੰਮ ਕਰਦੇ ਨੇ ਭਗਤ ਕਬੀਰ ਜੀ। ਨਿਗਾਹ ਮਾਰੋ ਘਰ ਦੇ ਵਿੱਚ ਕੋਈ ਚੀਜ਼ ਹੈ, ਆਪਾਂ ਉਹਨੂੰ ਵੇਚ ਦਿੰਦੇ ਹਾਂ ਅਤੇ ਲੜਕੀ ਦਾ ਵਿਆਹ ਕਰ ਲਾਂਗੇ। ਮਾਤਾ ਲੋਈ ਜੀ ਆਪਣੇ ਘਰ ਵਿੱਚ ਬੜੇ, ਦੇਖਿਆ ਅੰਦਰ ਜਾ ਕੇ 50 ਗਜ ਖੱਦਰ ਪਿਆ, ਖੱਦਰ। ਮਾਤਾ ਲੋਈ ਜੀ ਨੂੰ ਖੁਸ਼ੀ ਚੜ੍ਹ ਗਈ, ਆ ਕੇ ਬੇਨਤੀ ਕਰੀ, ਭਗਤ ਜੀ 50 ਗਜ ਖੱਦਰ ਪਿਆ ਆਪਣੇ ਘਰ ਦੇ ਵਿੱਚ, ਕੀ ਹੁਕਮ ਹੈ? ਭਗਤ ਕਬੀਰ ਜੀ ਮਹਾਰਾਜ ਕਹਿੰਦੇ ਜੇ 50 ਗਜ ਖੱਦਰ ਪਿਆ ਨਾ, 5 ਲੜਕੀਆਂ ਦੀਆਂ ਸ਼ਾਦੀਆਂ ਹੋ ਜਾਣਗੀਆਂ। ਬੋਲੋ ਸਤਨਾਮ ਸ਼ਿਵ। ਉਹਨਾਂ ਟਾਈਮ ਦੀ ਗੱਲ ਹੈ। ਬਖਤੇ ਖੀਰ ਭਗਤ ਕਬੀਰ ਜੀ ਕੋਲੇ ਲਿਆ ਕੇ 50 ਗਜ ਖੱਦਰ ਰੱਖ ਦਿੱਤਾ। ਲਿਓ ਐਂ ਕਰੋ, ਇਸ ਖੱਦਰ ਨੂੰ ਵੇਚ ਆਓ ਅਤੇ ਆਪਣੀ ਬੱਚੀ ਦੀ ਸ਼ਾਦੀ ਹੋ ਜੂਗੀ। ਭਾਗ ਠੜੇ ਹਰ ਸੰਤ ਤੁਮਾਰੀ। ਇੱਕ ਦੁਨਿਆਵੀ ਧਨ ਹੈ, ਇੱਕ ਪਰਮਾਤਮਾ ਦੇ ਨਾਮ ਦਾ ਧਨ ਹੈ, ਦੋਨਾਂ ਦੀ ਗੱਲ ਹੈ। ਜਦੋਂ ਲਿਆ ਕੇ ਭਗਤ ਕਬੀਰ ਜੀ ਮਹਾਰਾਜ ਕੋਲੇ ਤਾਂ ਜਿਹੜਾ ਖੱਦਰ ਰੱਖ ਦਿੱਤਾ, ਭਗਤ ਕਬੀਰ ਜੀ ਕਹਿੰਦੇ ਕਮਾਲਿਆ ਉਹ ਕਰੇ ਉਹਨੂੰ 25-25 ਗਜ ਕਰ ਲੈ। 25 ਗਜ ਤੂੰ ਲੈ ਲਾ, 25 ਗਜ ਮੈਂ ਲੈ ਜਾਨਾ। ਫਿਰ ਕਰਨਾ ਕੀ ਹੈ? ਕਹਿੰਦੇ ਬਾਜ਼ਾਰ ਵਿੱਚ ਚੱਲਦੇ ਹਾਂ, ਆਪਾਂ ਜਾ ਕੇ ਖੱਦਰ ਵੇਚ ਆਉਂਦੇ ਹਾਂ ਅਤੇ ਉਹ ਖੱਦਰ ਵੇਚ ਕੇ ਲਿਆ ਕੇ ਜਿਹੜੀ ਵੱਟ ਤੋਂ ਹੀ ਆਪਾਂ ਆਪਣੀ ਬੱਚੀ ਦੀ ਸ਼ਾਦੀ ਕਰ ਲਾਂਗੇ। ਦੋਨੋਂ ਤੁਰ ਪਏ। ਪ੍ਰਭ ਡੋਰੀ ਹੱਥ ਤੁਮਾਰੇ। ਤੈਅ ਮਾਰ ਲਈ। ਭਗਤ ਕਬੀਰ ਜੀ ਨੇ ਇੱਧਰਲੇ ਮੋਢੇ ਉੱਤੇ ਧਰ ਲਿਆ, ਕਮਾਲੇ ਨੇ ਇੱਧਰਲੇ ਮੋਢੇ ਉੱਤੇ ਧਰ ਲਿਆ। ਦੋਨੋਂ ਚੱਲ ਪਏ। ਕਿੱਧਰਲੇ ਬਾਜ਼ਾਰ 'ਚ ਵੜ ਗਏ, ਕਿੱਧਰਲੇ 'ਚ ਆਵਾਜ਼ਾਂ ਮਾਰਦੇ ਨੇ, ਕੋਈ ਹੈ ਭਾਈ? ਅਸੀਂ ਖੱਦਰ ਵੇਚਣ ਵਾਸਤੇ ਆਏ ਹਾਂ। ਪਰਮਾਤਮਾ ਵੀ ਚੱਲ ਪਿਆ ਆਪਣੀ ਪੁਰੀ ਵਿੱਚੋਂ। ਜਦੋਂ ਉੱਧਰ ਰੱਬ ਆਹ ਸਿਆਲ ਦਾ ਦਿਨ ਆ, ਜਿਹੜੀਆਂ ਹੁਣ ਰਾਤਾਂ ਚੱਲ ਰਹੀਆਂ ਨੇ, ਪਰਮਾਤਮਾ ਨੇ ਇੱਕ ਗਰੀਬ ਜੇ ਬ੍ਰਾਹਮਣ ਦਾ ਰੂਪ ਧਾਰਨ ਕਰ ਲਿਆ। ਜੰਮੇ ਗਰੀਬ ਹੈ, ਅਤਿਅੰਤਾਂ ਦਾ, ਕੱਪੜੇ ਪਾਟੇ ਹੋਏ ਨੇ, ਚਰਨਾਂ ਵਿੱਚ ਜੋੜਾ ਨਹੀਂ ਹੈ, ਕੇਸ ਜਿਹੜੇ ਖਿੰਡੇ ਹੋਏ ਨੇ, ਇਸ ਤਰ੍ਹਾਂ ਤੁਰੇ ਆਉਂਦੇ ਨੇ ਅੱਗੇ ਅੱਗੇ। ਉਧਰ ਭਗਤ ਕਬੀਰ ਜੀ ਨੇ ਆਵਾਜ਼ ਮਾਰੀ, ਕੋਈ ਹੈ ਭਾਈ ਜਿਹੜਾ ਖੱਦਰ ਲੈ ਲਵੇ? ਅੱਗੇ ਆ ਕੇ ਖੜ੍ਹ ਗਏ ਪਰਮਾਤਮਾ ਅੱਗੇ। ਭਗਤ ਜੀ ਤੁਹਾਡਾ ਨਾਮ ਭਗਤ ਕਬੀਰ ਹੈ? ਕਹਿੰਦੇ ਹਾਂ। ਕਬੀਰ ਮਰ ਨਿਰਮਲ ਪਾਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ। ਕਬੀਰ ਕਹਿੰਦੇ ਤੁਹਾਡਾ ਨਾਮ ਹੈ ਭਗਤ ਕਬੀਰ? ਕਹਿੰਦੇ ਹਾਂ। ਦੇਖੋ ਦੇਖੋ ਸਿਆਲ ਦੀਆਂ ਰਾਤਾਂ ਨੇ, ਠੰਡ ਬੜੀ ਹੈ ਅਤੇ ਮੈਨੂੰ ਬੜੀ ਠੰਡ ਲੱਗਦੀ ਹੈ। ਜੇ ਮੈਨੂੰ ਥੋੜ੍ਹਾ ਜਿਹਾ ਬਸਤਰ ਦੇ ਦਿਓ ਨਾ, ਥੋੜ੍ਹਾ ਜਿਹਾ ਬਸਤਰ ਦੇ ਦਿਓ। ਕਹਿੰਦੇ ਕੀ ਕਰਨਾ ਹੈ? ਕੁਝ ਤਾਂ ਮੈਂ ਸਿਰ 'ਤੇ ਬੰਨ੍ਹ ਲੂੰਗਾ, ਕੁਝ ਮੈਂ ਧੋਤੀ ਬੰਨ੍ਹ ਲੂੰ ਆਲੇ ਦੁਆਲੇ, ਕੁਝ ਸਰੀਰ ਦੇ ਆਲੇ ਦੁਆਲੇ ਲਪੇਟ ਲੂੰਗਾ, ਬਸ ਮੇਰਾ ਗੁਜ਼ਾਰਾ ਹੋ ਜਾਊਗਾ। ਕਹਿਣ ਲੱਗੇ ਜੀ ਠੀਕ ਹੈ। ਭਗਤ ਕਬੀਰ ਜੀ ਨੇ ਹੱਥ ਬੰਨ੍ਹ ਕੇ ਆਖਿਆ ਕਿੰਨੇ ਕੁ ਨਾ ਸਾਜੂ? ਕਹਿੰਦੇ ਬਸ 25 ਗਜ ਹੀ ਚਾਹੀਦਾ। ਬੋਲੋ ਸਤਨਾਮ। 25 ਗਜ ਦੇ ਦਿਓ। ਕਹਿੰਦੇ ਹੁਣ ਭਗਤ ਕਬੀਰ ਜੀ ਕਹਿੰਦੇ ਹੈ ਹੀ ਮੇਰੇ ਕੋਲ 25 ਗਜ। ਚਲੋ ਐਂ ਕਰਦੇ ਹਾਂ, ਜਿਹੜਾ ਕਮਾਲਾ ਵੇਚ ਕੇ ਆਊਗਾ ਨਾ ਉਹਦੇ ਨਾਲ ਅਸੀਂ ਆਪਣੀ ਬੱਚੀ ਦੀ ਸ਼ਾਦੀ ਕਰ ਲਾਂਗੇ, ਪਰ ਸਾਡੇ ਦਰ 'ਤੇ ਆਇਆ ਕੋਈ ਸਵਾਲੀ ਖਾਲੀ ਨਹੀਂ ਮੁੜਨਾ ਚਾਹੀਦਾ। ਅਤੇ ਅੱਜ ਲੋਕ ਪਤਾ ਕੀ ਕਹਿੰਦੇ? ਹੱਟਾ ਕੱਟਾ ਹੈ ਕਰਕੇ ਖਾ ਲੈ। ਬਹੁਤ ਔਖਾ ਹੈ ਮੰਗਣਾ ਕਿਸੇ ਦੇ ਅੱਗੇ ਇਸ ਤਰ੍ਹਾਂ ਛੱਡਣਾ। ਮੰਗਣ ਗਿਆ ਸੋ ਮਰ ਗਿਆ, ਮਰੇ ਸੋ ਮੰਗਣ ਜਾਏ। ਉਦੋਂ ਪਹਿਲਾਂ ਉਹ ਮਰਿਆ ਜੋ ਹੁੰਦੇ ਹੀ ਮੁੱਕਰ ਜਾਏ। ਸਭ ਕੁਝ ਘਰ ਵਿੱਚ ਪਿਆ ਹੋਵੇ, ਕਹਿੰਦਾ ਹੈ ਨਹੀਂ ਜਾ। ਪਤਾ ਹੀ ਨਹੀਂ ਪਰਮਾਤਮਾ ਕਿਹੜੇ ਰੂਪ ਵਿੱਚ ਆ ਕੇ ਖੜ ਜਾਵੇ। ਕਿਸੇ ਨੂੰ ਪਛਾਣ ਹੈ ਰੱਬ ਦੀ ਵੀ ਰੱਬ ਕਿਹੋ ਜਿਹਾ ਹੈ, ਉਹਦੇ ਕਿਹੋ ਜਿਹੇ ਕੱਪੜੇ ਪਾਏ ਨੇ, ਕਿੱਡਾ ਕੁ ਰੂਪ ਰੰਗ ਹੈ ਉਹਦਾ, ਸੋਹਣਾ ਹੈ ਜਾਂ ਕਾਲਾ ਹੈ ਜਾਂ ਕਿਹੋ ਜਿਹਾ ਹੈ ਪਰਮਾਤਮਾ? ਕਿਸੇ ਨੂੰ ਨਹੀਂ ਪਤਾ ਹੈ। ਬਸ ਉਹ ਤਾਂ ਆਪਣੇ ਪਿਆਰਿਆਂ ਦੇ ਰੂਪ ਦੇ ਵਿੱਚ ਹੀ ਆਉਂਦਾ ਹੈ। ਭਗਤ ਕਬੀਰ ਜੀ ਕਹਿੰਦੇ ਮੇਰਾ ਪੁੱਤਰ ਵੇਚ ਕੇ ਆਊਗਾ, ਮੈਂ ਚਲੋ ਉਹਦੇ ਨਾਲ ਅਸੀਂ ਲੜਕੀ ਦੀ ਸ਼ਾਦੀ ਕਰ ਲਾਂਗੇ, ਪਰ ਸਾਡੇ ਦਰ 'ਤੇ ਸਵਾਲੀ ਆਇਆ ਖਾਲੀ ਨਹੀਂ ਮੁੜਨਾ ਚਾਹੀਦਾ। ਲੈ ਆ ਲੈ ਖੱਦਰ, ਉਹਦੇ ਧਰਿਆ ਪਰਮਾਤਮਾ ਨੇ ਮੋਢੇ ਉੱਤੇ, ਤੁਰਦਾ ਬਣਿਆ। ਹੁਣ ਭਗਤ ਕਮਾਲਾ ਜੀ ਆਵਾਜ਼ਾਂ ਮਾਰਦੇ ਫਿਰਦੇ ਨੇ, ਉਹੀ ਉੱਧਰਲੇ ਪਾਸੇ ਚਲਿਆ ਗਿਆ ਪਰਮਾਤਮਾ ਦਾ ਰੂਪ। ਜਾ ਕੇ ਆਵਾਜ਼ ਦਿੱਤੀ, ਉਹ ਕਮਾਲਿਆ ਤੂੰ ਭਗਤ ਕਬੀਰ ਜੀ ਦਾ ਪੁੱਤਰ ਹੈ? ਕਹਿੰਦੇ ਹਾਂ। ਦੇਖੋ ਆ ਮੈਨੂੰ ਠੰਡ ਬੜੀ ਲੱਗਦੀ ਹੈ, ਮੇਰੇ ਕੋਲ ਤੇ ਕੋਈ ਕੱਪੜਾ ਨਹੀਂ ਹੈ, ਤੇ ਮੈਨੂੰ ਥੋੜ੍ਹਾ ਜਿਹਾ ਬਸਤਰ ਦੇ ਦੇ। ਭਗਤ ਕਮਾਲਾ ਜੀ ਕਹਿਣ ਲੱਗੇ ਜੇ ਨਾ ਦਿੱਤਾ ਪਿਤਾ ਜੀ ਨਿਰਾਸ਼ ਹੋਣਗੇ, ਜੇ ਮੈਂ ਦਿੰਨਾ ਤਾਂ ਅਸੀਂ ਲੜਕੀ ਦੀ ਸ਼ਾਦੀ ਕਰਨੇ। ਚਲੋ ਜਿਹੜਾ ਪਿਤਾ ਜੀ ਵੇਚ ਕੇ ਆਉਣਗੇ ਨਾ ਉਹਦੇ ਨਾਲ ਅਸੀਂ ਸ਼ਾਦੀ ਕਰ ਲਾਂਗੇ, ਪਰ ਸਾਡੇ ਦਰ 'ਤੇ ਆਇਆ ਸਵਾਲੀ ਕੋਈ ਖਾਲੀ ਨਹੀਂ ਮੁੜਨਾ ਚਾਹੀਦਾ।
ਭਗਤ ਕਬੀਰ ਜੀ ਦਾ ਪੁੱਤਰ ਭਗਤ ਕਮਾਲਾ ਜੀ ਨੇ ਉਹ 25 ਗਜ ਖੱਦਰ ਜਿਹੜਾ ਮੱਥਾ ਟੇਕ ਦਿੱਤਾ। ਕਿੰਨੇ ਕੁ ਨਾ ਸਾਜੂ, ਕਹਿੰਦੇ ਬਸ 25 ਗਜ ਨਾ ਸਰਜੂਗਾ, ਮੱਥਾ ਟੇਕ ਦਿੱਤਾ। ਆ ਲਓ ਜਿਹੜਾ ਪਿਤਾ ਜੀ ਵਿੱਚ ਕੇ ਉਹਦੇ ਦਿਨ ਅਸੀਂ ਸ਼ਾਦੀ ਕਰ ਲਾਂਗੇ, ਉਹਨਾਂ ਨੇ ਵੀ ਫੜਾ ਦਿੱਤਾ। ਸ਼ਾਮ ਦਾ ਵਕਤ ਹੋਇਆ, ਦੋਨੋਂ ਘਰ ਵਿੱਚ ਆ ਗਏ। ਭਗਤ ਕਮਾਲਾ ਜੀ ਵੀ ਆ ਕੇ ਬੈਠ ਗਏ, ਭਗਤ ਕਬੀਰ ਜੀ ਬਹਿ ਕੇ ਆ ਕੇ, ਮਾਤਾ ਲੋਈ ਜੀ ਵੀ ਬੈਠੇ ਨੇ, ਬੱਚੀ ਕਮਾਲੀ ਵੀ ਬੈਠੇ, ਚਾਰੇ ਜਾਣੇ ਬੈਠੇ ਨੇ। ਇੱਕ ਸਵਰਗ ਹੈ, ਬੜਾ ਵੱਡਾ ਸਵਰਗ ਹੈ, ਜਿਹਨੂੰ ਵਿਦਵਾਨ ਨੇ ਬੜਾ ਸੁੰਦਰ ਲਿਖਿਆ। ਕਣਕ ਪ੍ਰਾਣੀ ਘਿਓ ਨਿਆ ਘਰ ਮਿੱਠ ਬੋਲੜੀ ਨਾਰ, ਆਗਿਆਕਾਰੀ ਪੁੱਤਰ ਹੋਵੇ ਸੁਰਗ ਨਿਸ਼ਾਨੀ ਚਾਰ। ਕਿਕਰ ਘਰ ਕਪੂਤ ਘਰ ਘਰ ਕੁਲੱਖਣੀ ਨਾਰ, ਚੌਥੇ ਮੈਲੇ ਕੱਪੜੇ ਨਰਕ ਨਿਸ਼ਾਨੀ ਚਾਰ। ਹੁਣ ਜਦੋਂ ਭਗਤ ਕਬੀਰ ਜੀ ਬਹਿ ਗਏ, ਕਮਾਲੇ ਨੇ ਜਾ ਕੇ ਮੱਥਾ ਟੇਕਿਆ। ਪਿਤਾ ਜੀ ਵੇਚ ਆਏ? ਕਹਿੰਦੇ ਹਾਂ ਵੇਚ ਆਏ। ਕਿੰਨੇ ਦਾ? ਕਹਿੰਦੇ ਪਹਿਲਾਂ ਤੂੰ ਦੱਸ ਕਿੰਨੇ ਦਾ ਵੇਚ ਕੇ ਆਏ? ਭਗਤ ਕਮਾਲਾ ਜੀ ਕਹਿਣ ਲੱਗੇ ਮੇਰੇ ਕੋਲੇ ਤਾਂ ਇੱਕ ਫਕਰ ਫਕੀਰ ਆ ਗਿਆ, ਕੋਈ ਪਰਮਾਤਮਾ ਦਾ ਰੂਪ ਸੀ, ਠਰ ਠਰ ਕਰਦਾ ਸੀ, ਠੰਡ ਬੜੀ ਸੀ, ਧੁੰਦ ਬੜੀ ਪੈਂਦੀ ਸੀ, ਤੇ ਮੈਂ ਤਾਂ ਉਹਨੂੰ ਜਿਹੜਾ ਉਹ ਮੱਥਾ ਟੇਕ ਦਿੱਤਾ। ਤੇ ਤੁਸੀਂ ਦੱਸੋ ਕਿੰਨੇ ਦਾ ਵੇਚ ਕੇ ਆਏ ਹੋ? ਭਗਤ ਕਬੀਰ ਜੀ ਕਹਿੰਦੇ ਉਹੀ ਮੇਰੇ ਕੋਲੇ ਆ ਗਿਆ ਸੀ, ਮੈਨੂੰ ਵੀ ਕਹਿੰਦਾ ਵੀ ਕੱਪੜਾ ਦੇ, ਮੈਂ ਵੀ ਉਹਨੂੰ ਦੇ ਦਿੱਤਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ। ਭਗਤ ਕਬੀਰ ਜੀ ਕਹਿੰਦੇ ਅੱਛਾ ਕਮਾਲਿਆ ਤੈਥੋਂ ਵੀ ਲੈ ਗਿਆ? ਮੈਥੋਂ ਵੀ ਲੈ ਗਿਆ। ਉਹ ਕੌਣ ਸੀ? ਬੈਠ ਕੇ ਅੱਖਾਂ ਵਿੱਚ ਕੇ ਦੇਖਿਆ, ਪਰਮਾਤਮਾ ਦੇ 25 ਗਜ ਇੱਧਰ ਧਰਿਆ, 25 ਇੱਧਰ ਭੱਜੇ ਜਾਂਦੇ ਨੇ। ਕਹਿੰਦੇ ਉਹ ਕਮਾਲਿਆ ਉਹ ਕੋਈ ਜਿਹੜਾ ਉਹ ਬ੍ਰਾਹਮਣ ਨਹੀਂ ਸੀ, ਉਹ ਪਤਾ ਕੌਣ ਸੀ? ਉਹਦਾ ਖੁਦ ਪਰਮਾਤਮਾ ਸੀ। ਆਪਾਂ ਨੂੰ ਛਲਣ ਵਾਸਤੇ ਆਇਆ ਸੀ, ਜਿਵੇਂ ਰਾਜੇ ਬਲ ਨੂੰ, ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜਗ ਕਰਾਵੇ, 52 ਰੂਪੀ ਆਇਆ, 4 ਵੇਦ ਮੁਖ ਪਾਠ ਸੁਣਾਵੇ। ਰਾਜੇ ਬਲ ਨੇ ਜਗ ਕਰਿਆ, ਕਹਿੰਦੇ 52 ਉਂਗਲ ਦਾ, 52 ਉਂਗਲ, ਸਭ ਤੋਂ ਛੋਟਾ ਪਰਮਾਤਮਾ ਬਣ ਕੇ ਰਾਜੇ ਬਲ ਦੇ ਦੁਆਰੇ ਉੱਤੇ ਆ ਕੇ ਕੀਰਤਨ ਕਰਨ ਲੱਗ ਗਏ। ਰਾਜਾ ਬਲ ਭੱਜ ਕੇ ਆਇਆ, ਦੇਖਿਆ ਛੋਟਾ ਜਿਹਾ ਮੁਨੀ ਹੈ, ਬੜਾ ਸੁੰਦਰ ਹੈ, ਇਹਦੀ ਆਵਾਜ਼ ਕਿੰਨੀ ਸੁੰਦਰ ਹੈ, ਕਿੰਨਾ ਵਧੀਆ ਕੀਰਤਨ ਕਰਦਾ ਹੈ। ਹੰਕਾਰ ਵਿੱਚ ਆ ਗਿਆ ਰਾਜਾ ਬਲ, ਕਹਿਣ ਲੱਗਿਆ ਮੰਗ ਸਵਾਮੀ ਜੋ ਤੁਧ ਭਾਵੈ। ਕਹਿੰਦੇ ਮੰਗ ਲੈ ਜਿਹੜਾ ਕੁਝ ਮੰਗਣਾ। ਉਹਦਾ ਇੱਕ ਜਿਹੜਾ ਨੌਕਰ ਸੀ, ਜਿਹੜਾ ਵਜ਼ੀਰ ਸੀ, ਉਹਦਾ ਨਾਮ ਸੀ ਸ਼ੁਕਰ ਪੁਰੋਹਿਤ। ਉਹ ਕਹਿਣ ਲੱਗਿਆ ਦੇਖ ਲਾ ਇਹ ਕੋਈ ਆਮ ਬੰਦਾ ਨਹੀਂ, ਪਰਮਾਤਮਾ ਆਇਆ ਤੇਰੇ ਅੱਗੇ ਚੱਲ ਕੇ। ਉਹ ਕਹਿੰਦਾ ਕੀ ਮੰਗ ਲੂਗਾ ਇਹ, ਕਿੱਡਾ ਕਿ 52 ਉਂਗਲ ਦਾ ਤਾਂ ਪਰਮਾਤਮਾ ਸਾਰਾ। ਮੰਗ ਸਵਾਮੀ ਜੋ ਤੁਧ ਭਾਵੈ। ਕਹਿੰਦੇ ਮੰਗ ਜਿਹੜਾ ਕੁਝ ਮੰਗਦਾ। 52 ਰੂਪ ਪਰਮਾਤਮਾ ਨੇ ਕਿਹਾ ਰਾਜੇ ਵਾਲਿਓ ਕਰ ਵੀ ਮੈਨੂੰ ਨਾ ਜਿਹੜੀ 2.5 ਕਰਮਾਂ ਧਰਤੀ ਦੇ ਦੇ, ਬਸ 2.5 ਕਰਮਾਂ। ਉਹ ਰਾਜਾ ਬਲ ਹੱਸਣ ਲੱਗ ਗਿਆ, ਆਏ ਹੱਸਦਾ ਹੱਸਦਾ ਥੱਲੇ ਡਿੱਗ ਪਿਆ। ਕਹਿੰਦਾ ਦੇਖੋ ਮੰਗਿਆ ਵੀ, ਰਾਜੇ ਦੇ ਦੁਆਰ ਤੇ ਆ ਕੇ ਮੰਗਿਆ ਵੀ ਬਸ 2.5 ਕਰਮਾਂ ਹੀ। ਕਹਿੰਦੇ ਹਾਂ ਕੀ ਕਰੇਗਾ? ਮੈਂ 2.5 ਕਰਮਾਂ ਦੇ ਵਿੱਚ ਬਹਿ ਜਾਊਂਗਾ ਤੇ ਉੱਥੇ ਰੋਜ਼ ਤੈਨੂੰ ਅੰਮ੍ਰਿਤ ਵੇਲੇ ਗੁਰਬਾਣੀ ਦਾ ਕੀਰਤਨ ਸੁਣਾਇਆ ਕਰੂੰਗਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਚੰਗਾ ਲੈ ਵੀ ਚੂੜੀ ਛੱਡਣ ਲੱਗਿਆ ਰਾਜਾ ਬਲ। ਸ਼ੁਕਰ ਪੁਰੋਹਿਤ ਨੇ ਕਿਹਾ ਦੇਖ ਕੇ ਚੂੜੀ ਛੱਡੀ, ਇਹ ਕੌਣ ਹੈ ਪਤਾ ਹੈ? ਕਹਿੰਦੇ ਕੋਈ ਵੀ ਹੋਵੇ। ਚਲੋ ਜਦੋਂ ਚੂੜੀ ਛੱਡਤੀ, ਪਰਮਾਤਮਾ ਨੇ ਵਿਰਾਟ ਰੂਪ ਧਾਰਨ ਕਰ ਲਿਆ, ਵੱਡਾ ਭਾਵ ਵਿਰਾਟ ਤੋਂ ਵੱਡਾ। ਇੱਕ ਕਰਮ ਦੇ ਵਿੱਚ ਸਾਰੀ ਧਰਤੀ, ਇੱਕ ਵਿੱਚ ਆਕਾਸ਼ ਮਿਟ ਦਿੱਤਾ। ਕਹਿੰਦੇ ਅੱਧੀ ਕਰਮ ਬਾਕੀ ਰਹਿ ਗਈ, ਉਹ ਕਰ ਮੇਰੀ ਪੂਰੀ। ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਜਾ ਬਲ ਕਹਿਣ ਲੱਗਿਆ ਮੈਨੂੰ ਨਹੀਂ ਸੀ ਪਤਾ। ਧਰਤੀ ਉੱਤੇ ਪੈ ਗਿਆ, ਛਾਤੀ ਤੇ ਪੈਰ ਚਰਨ ਧਰਿਆ, ਪਰਮਾਤਮਾ ਨੇ 7ਵੇਂ ਪਤਾਲ ਵਿੱਚ ਠੋਕਿਆ ਜਾ ਕੇ। ਮੁੜ ਲੱਗੇ ਇਸੇ ਤਰ੍ਹਾਂ ਚਰਨ ਫੜ ਲਏ ਰਾਜੇ ਬਲ ਨੇ। ਕਹਿੰਦਾ ਕਿੱਧਰ ਚੱਲਿਆ? ਕਹਿੰਦਾ ਮੇਰੀ 2.5 ਕਰਮਾਂ ਧਰਤੀ ਪੂਰੀ ਹੋ ਗਈ। ਕਹਿੰਦਾ ਤੇਰੀ ਤਾਂ ਹੋ ਗਈ 2.5 ਕਰਮਾਂ, ਤੇ ਤੂੰ ਕਿਹਾ ਸੀ ਮੈਂ ਤੈਨੂੰ ਕੀਰਤਨ ਸੁਣਾਊਂਗਾ। ਤੇ ਉਹ ਫਿਰ 3 ਦੇਵਤੇ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਵਿੱਚ ਮਿਲਦਾ ਹੈ, ਏਕਾ ਮਾਈ, ਏਕਾ ਮਾਈ, ਜੁਗਤ ਵਿੱਚ ਪਾਠ ਹੋਈ ਹੁੰਦਾ, ਬਸ ਭੇਦ ਹੁੰਦੇ ਨੇ ਥੋੜੇ ਥੋੜੇ। ਜਦੋਂ ਮੈਂ ਅੰਮ੍ਰਿਤ ਵੇਲੇ ਅੱਜ ਵੀ ਨਾ, ਜਿਵੇਂ ਉਹ ਪੁਰਾਣੇ ਬਜ਼ੁਰਗ ਸਾਡੇ ਕਹਿੰਦੇ ਹੁੰਦੇ ਸੀ, ਕਹਿੰਦੇ ਕੋਈ ਸੱਟ ਵੱਜੀ ਹੋਵੇ ਨਾ, ਸੱਟ, ਕਹਿੰਦੇ ਉਹ ਸਿਆਲ ਦੇ ਵਿੱਚ ਆ ਕੇ ਜਦੋਂ ਕਿਤੇ ਹਵਾ ਚੱਲਦਾ, ਪੁਰਾ ਚੱਲਦਾ ਨਾ, ਕਹਿੰਦੇ ਉਦੋਂ ਇਹਨੂੰ ਬੰਦ ਕਰ ਲੈਣੀ, ਮੈਨੂੰ ਫੜਾ ਦੇ। ਉਹ ਕਹਿਣ ਲੱਗਿਆ ਵੀ ਉਹ ਨਾ ਵੀ ਪੁਰਾ ਜਦੋਂ ਚੱਲਦਾ, ਕਹਿੰਦੇ ਉਸ ਵਕਤ ਫਿਰ ਪਤਾ ਲੱਗਦਾ ਹੁੰਦਾ। ਤੇ ਜਦੋਂ ਹੁਣ ਪੂਰਾ ਚੱਲਦਾ ਨਾ, ਮੈਨੂੰ ਵੀ ਉਦੋਂ ਫਿਰ ਅੰਮ੍ਰਿਤ ਵੇਲੇ ਯਾਦ ਆ ਜਾਂਦਾ ਮੇਰੇ ਉਸਤਾਦ ਨੇ ਹੋਰ ਕਿਤੇ ਨਹੀਂ ਮੇਰੇ ਸੋਟੀ ਮਾਰੀ, ਕਿਤੋਂ ਨਹੀਂ ਮੈਨੂੰ ਕੁੱਟਿਆ। ਮੇਰੀਆਂ ਜਿਹੜੀਆਂ ਹੱਥ ਦੀਆਂ ਉਂਗਲਾਂ ਨੇ ਨਾ, ਇੱਥੇ ਇੱਥੇ ਕੱਲੀਆਂ ਸੋਟੀਆਂ ਮਾਰੇ ਸੀ ਪੜ੍ਹਾਉਣ ਵਾਸਤੇ ਸਿਰਫ ਕੇਵਲ। ਅੱਜ ਫਿਰ ਮੇਰੇ ਅੰਮ੍ਰਿਤ ਵੇਲੇ ਉਸ ਵਕਤ ਯਾਦ ਆ ਜਾਂਦਾ। ਉਹ ਮੈਂ ਕਿਸੇ ਉਸਤਾਦ ਤੋਂ ਪੜ੍ਹਿਆ, ਚਲੋ ਭਾਵੇਂ 2 ਅੱਖਰ ਹੀ ਪੜ੍ਹਿਆ, ਚਲੋ ਮੈਂ ਇਹ ਨਹੀਂ ਮਾਣ ਕਰਕੇ ਕਹਿੰਦਾ ਵੀ ਮੈਂ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਨਹੀਂ, ਥੋੜਾ ਹੀ ਮੈਨੂੰ ਪੜ੍ਹਾਇਆ ਭਾਵੇਂ, ਪਰ ਉਹਨਾਂ ਨੇ ਨੁਕਤੇ ਦੱਸੇ। ਏਕਾ ਮਾਈ, ਹੁਣ ਸਾਰੀ ਪਾਠ ਕਰਨਗੇ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ,
ਇਸੇ ਤੇ ਇੰਨੀ ਕੁ ਤੁਕ ਦੇ ਉੱਤੇ ਮੈਨੂੰ ਕਿੰਨੇ ਹੀ ਦਿਨ ਲੱਗ ਗਏ ਸੀ। ਇਹ ਕਾਮ ਆਈ ਜੁਗਤ ਵੇ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਕਹਿੰਦੇ ਤਿੰਨੇ ਦੇਵਤਾਂ ਦੀ ਫਿਰ ਡਿਊਟੀ ਲਾ ਦਿੱਤੀ। ਲਓ ਬਈ ਹੁਣ ਤੁਸੀਂ 2-2 ਮਹੀਨੇ ਇੱਥੇ ਰਾਜੇ ਬਲ ਦੇ ਦੁਆਰੇ ਤੇ ਕੀਰਤਨ ਕਰਿਓ ਖੜ ਕੇ। ਕਹਿੰਦੇ ਹੁਣ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੋਹਰ ਲਾ ਕੇ ਕਹਿਤਾ ਅੱਜ ਹੂੰ ਬਲ ਕੇ ਦਵਾਰ ਖੜਿਓ ਹੈ। ਕਹਿੰਦੇ ਅੱਜ ਵੀ ਰਾਜੇ ਬਲ ਦੇ ਦੁਆਰੇ ਉੱਤੇ ਖੜਾ ਹੈ ਪਰਮਾਤਮਾ। ਉਧਰ ਭਗਵਾਨ ਭਗਤ ਕਬੀਰ ਜੀ ਕਹਿੰਦੇ ਪਤਾ ਹੈ ਕੌਣ ਸੀ? ਉਹ ਨਾ ਕੋਈ ਬ੍ਰਾਹਮਣ ਸੀ ਨਾ ਕੋਈ ਗਰੀਬ ਸੀ, ਉਹ ਤਾਂ ਅੰਤਰਜਾਮੀ ਸੀ। ਕੋਈ ਸੁਬਟਾ ਕੇ ਖੱਦਰ ਲੈ ਗਿਆ, ਉਹ ਤਾਂ ਅੰਤਰਜਾਮੀ ਸੀ। ਕੋਈ ਸੁਬਟਾ ਕੇ ਖੱਦਰ ਲੈ ਗਿਆ, ਉਹ ਤਾਂ ਅੰਤਰਜਾਮੀ ਸੀ। ਫੇਸ ਵਟਾ ਕੇ ਖੱਦਰ ਲੈ ਗਿਆ, ਉਹ ਤਾਂ ਅੰਤਰਜਾਮੀ ਸੀ। ਫੇਸ ਵਟਾ ਕੇ ਖੱਦਰ ਲੈ ਗਿਆ, ਅੰਤਰਜਾਮੀ ਸੀ। ਫੇਸ ਵਟਾ ਕੇ ਖੱਦਰ ਲੈ ਗਿਆ, ਉਹ ਤਾਂ ਅੰਤਰਜਾਮੀ ਸੀ। ਫੇਸ ਵਟਾ ਕੇ ਖੱਦਰ ਲੈ ਗਿਆ। ਜਦੋਂ ਬਲਰਾਜੇ ਨੂੰ ਛਣਿਆ ਸੀ, ਜਦੋਂ ਬਲਰਾਜੇ ਨੂੰ ਛਣਿਆ ਸੀ, ਜਦੋਂ ਬਲਰਾਜੇ ਨੂੰ ਛੜਿਆ ਸੀ, ਜਦੋਂ ਬਲਰਾਜੇ ਨੂੰ ਛੜਿਆ ਸੀ। ਉਦੋਂ ਵੀ ਪੰਡਤ ਬਣਿਆ ਸੀ, ਉਦੋਂ ਵੀ ਪੰਡਤ ਬਣਿਆ ਸੀ, ਉਦੋਂ ਵੀ ਪੰਡਤ ਬਣਿਆ ਸੀ, ਉਦੋਂ ਵੀ ਪੰਡਤ ਬਣਿਆ ਸੀ। ਬਲਸ਼ਾਲ ਧਾਰੀ ਸੀ, ਬਲਸ਼ਾਲ ਧਾਰੀ ਸੀ। ਫੇਸ ਵਟਾ ਕੇ ਖੱਤਰ ਲੈ ਗਿਆ, ਉਹ ਤਾਂ ਅੰਤਰਜਾਮੀ ਸੀ। ਫੇਸ ਵਟਾ ਕੇ ਖੱਤਰ ਲੈ ਗਿਆ, ਉਹ ਤਾਂ ਅੰਤਰਜਾਮੀ ਸੀ। ਫੇਸ ਵਟਾ ਕੇ ਖੱਤਰ ਲੈ ਗਿਆ, ਅੰਤਰਜਾਮੀ ਸੀ। ਫੇਸ ਵਟਾ ਕੇ ਖੱਤਰ ਲੈ ਗਿਆ, ਉਹ ਤਾਂ ਅੰਤਰਜਾਮੀ ਸੀ। ਫੇਸ ਵਟਾ ਕੇ ਖੱਤਰ ਲੈ ਗਿਆ। ਮਾਤਾ ਲੋਈ ਕਹਿੰਦੀ ਲੈ ਕਰ ਲੋ ਵਿਆਹ। ਹੁਣ ਕਿਵੇਂ ਕਰਾਂਗੇ? ਆਹੀ ਖੱਦਰ ਸੀ ਆਪਣੇ ਕੋਲੇ 50 ਗਜ, ਉਹ ਤੁਸੀਂ ਪਰਮਾਤਮਾ ਨੂੰ ਦਿਆਏ। ਹੁਣ ਫੇਰ ਭਗਤ ਕਬੀਰ ਜੀ ਮਹਾਰਾਜ ਨੇ ਹੱਥ ਬੰਨ੍ਹ ਕੇ ਆਖਿਆ ਲੋਈ ਤੂੰ ਫਿਕਰ ਨਾ ਕਰ, ਜਿਸ ਪਰਮਾਤਮਾ ਨੇ ਇਹ ਬੱਚੇ ਦਿੱਤੇ ਆ ਉਹਨੇ ਆਪੇ ਹੀ ਹੀਲਾ ਕਰ ਦੇਣਾ ਕੋਈ ਨਾ ਕੋਈ। ਫੇਰ ਸੋਚਿਆ, ਬੈਠੇ ਦੇਖਦੇ ਨੇ ਰੱਬ ਦੇ ਪਿਆਰੇ ਆਉਂਦੇ ਨੇ, ਨਾਮ ਜਪਦੇ ਨੇ, ਪ੍ਰਸ਼ਾਦਾ ਛਕਦੇ ਨੇ, ਮੁੜ ਜਾਂਦੇ ਨੇ। ਫੇਰ ਭਗਤ ਕਬੀਰ ਜੀ ਮਹਾਰਾਜ ਕਹਿਣ ਲੱਗੇ ਉਹ ਕਰੋ, ਹੋਰ ਨਿਗਾਹ ਮਾਰੋ ਘਰ ਦੇ ਵਿੱਚ। ਹੁਣ ਮਾਤਾ ਲੋਈ ਜੀ ਨੇ ਟੁੱਟਾ ਫੁੱਟਾ ਸਮਾਨ ਪਿਆ ਸੀ ਘਰ ਦੇ ਵਿੱਚ, ਕੁਝ ਭਾਂਡੇ ਟੁੱਟੇ ਪਏ ਸੀ, ਕੁਝ ਲੋਹਾ ਪਿਆ ਸੀ, ਕੁਝ ਹੋਰ ਪਿਆ ਸੀ। ਉਹ ਸਾਰਾ ਇਕੱਠਾ ਕਰਿਆ ਤੇ ਕੁਆੜੀਆ ਬਾਰ ਵਿੱਚ ਦੀ ਜਾਂਦਾ ਸੀ, ਆਵਾਜ਼ ਮਾਰੀ, ਉਹ ਸਾਰਾ ਸਮਾਨ ਉਹਨੂੰ ਵੇਚ ਦਿੱਤਾ। ਰੁਪਈਏ 20 ਵੱਟ ਲਏ, ਬੋਲੋ ਸਤਨਾਮ ਵਾਹਿਗੁਰੂ। 20 ਰੁਪਈਏ। ਜਦੋਂ 20 ਰੁਪਈਏ ਵੱਟ ਲਏ, ਮਾਤਾ ਲੋਈ ਜੀ ਕਹਿਣ ਲੱਗੇ ਚਲੋ ਉਹਨਾਂ ਸਮੇਂ ਦੀ ਗੱਲ ਦੇਖੋ ਜਦੋਂ 1 ਪੈਸੇ ਦੀ ਕਦਰ ਹੁੰਦੀ ਸੀ। ਮਾਤਾ ਲੋਈ ਕਹਿਣ ਲੱਗੀ ਚਲੋ 20 ਰੁਪਈਆਂ ਦਾ ਬਹੁਤ ਸਮਾਨ ਹੋ ਜੂ, ਸਾਡੀ ਬੱਚੀ ਦੀ ਸ਼ਾਦੀ ਹੋ ਜੂਗੀ। ਸ਼ਾਮ ਦਾ ਵਕਤ ਹੋਇਆ, ਭਗਤ ਕਬੀਰ ਜੀ ਮਹਾਰਾਜ ਘਰ ਆਏ। ਮਾਤਾ ਜੀ ਨੇ ਮੱਥਾ ਟੇਕਿਆ, ਮਾਤਾ ਲੋਈ ਨੇ। ਭਗਤ ਕਬੀਰ ਜੀ ਕਹਿਣ ਲੱਗੇ ਕੋਈ ਹੋਇਆ ਹੀਲਾ? ਕਹਿੰਦੇ ਹਾਂ, ਆਪਣੇ ਘਰ ਟੁੱਟਾ ਫੁੱਟਾ ਸਮਾਨ ਪਿਆ ਸੀ ਉਹ ਵੇਚ ਦਿੱਤਾ, ਉਹਦੇ 20 ਰੁਪਈਏ ਵੱਟ ਲਏ। ਆ ਲਓ 20 ਰੁਪਈਏ। ਹੁਣ ਭਾਵੇਂ ਪਰਮਾਤਮਾ ਮਿਲ ਜੇ, ਭਾਵੇਂ ਰੱਬ ਦਾ ਬਾਪ ਮਿਲ ਜੇ, ਭਾਵੇਂ ਵੱਡੇ ਵੱਡੇ ਸਿੰਘਾਂ ਵਾਲਾ ਸਾਧ ਮਿਲ ਜੇ, ਕੋਈ ਮਿਲ ਜੇ, ਹੁਣ ਨਾ ਦਿਓ, ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਮਾਤਾ ਲੋਈ ਜੀ ਨੇ 20 ਰੁਪਏ ਫੜਾਤੇ। ਭਗਤ ਕਬੀਰ ਜੀ ਕਹਿੰਦੇ ਹੁਣ ਚਾਹੇ ਕੋਈ ਮਿਲ ਜੇ, ਹੁਣ ਨਹੀਂ ਮੈਂ ਦਿੰਦਾ, ਹੁਣ ਸਮਾਨ ਲੈ ਕੇ ਆਉਨੇ ਆ, ਆਪਾਂ ਬੱਚੀ ਦੀ ਸ਼ਾਦੀ ਕਰਾਂਗੇ। ਉਧਰ ਪਰਮਾਤਮਾ ਤਖਤਾਂ ਦੇ ਉੱਤੇ ਬੈਠਾ ਹੱਸਦਾ ਹੈ, ਉਹ ਭਗਤ ਕਬੀਰ ਚੱਲ ਤਾਂ ਸਹੀ ਆ ਗਿਆ ਤੇਰੇ ਮਗਰੀ ਮੈਂ। ਆਪਣੇ ਪਿਆਰਿਆਂ ਦੇ ਨਾਲ ਹਾਸ ਵਿਲਾਸ, ਜਿਵੇਂ ਤੁਸੀਂ ਆਪਣੇ ਧੀਆਂ ਪੁੱਤਰਾਂ ਦੇ ਨਾਲ ਸਾਰੇ ਬੈਠ ਕੇ ਹਾਸ ਵਿਲਾਸ ਕਰਦੇ ਹੋ ਨਾ, ਰੱਬ ਕੋਲੇ ਵੀ ਉਹਨਾਂ ਦੇ ਭਗਤੀ ਨੇ ਇਕੱਲੇ ਹਾਸ ਵਿਲਾਸ ਕਰਨ ਵਾਸਤੇ। ਹੁਣ ਭਗਤ ਕਬੀਰ ਜੀ ਕਹਿਣ ਲੱਗੇ ਹੱਥ ਵਿੱਚ ਰੁਪਈਏ ਨਾ 20 ਕੁੱਟ ਕੇ ਫੜ ਲਏ ਤੇ ਘਰ ਵਿੱਚੋਂ ਤੁਰ ਪਏ। ਹੁਣ ਨਹੀਂ ਮੈਂ ਕਿਸੇ ਦਿੰਦਾ ਬਸ। ਤੇ ਭਗਤ ਕਬੀਰ ਜੀ ਘਰੋਂ ਤੁਰ ਪਏ, ਉਧਰ ਪਰਮਾਤਮਾ ਤੁਰ ਪਿਆ। ਅੱਜ ਰੱਬ ਨੇ ਕਿਹੋ ਜਿਹਾ ਰੂਪ ਧਾਰਨ ਕਰ ਲਿਆ? ਕਸਾਈ ਦਾ, ਬੋਲੋ ਸਤਨਾਮ। ਕਸਾਈ ਦਾ ਰੂਪ। ਲੈ ਪਛਾਣ ਲਾਂਗੇ ਰੱਬ ਨੂੰ ਵੀ ਕਿਹੜੇ ਰੂਪ ਵਿੱਚ ਆਉਂਦਾ? ਕੋਈ ਪਤਾ ਨਹੀਂ ਲੱਗਦਾ ਪਰਮਾਤਮਾ ਕਿਹੜੇ ਰੂਪ ਵਿੱਚ ਆ ਜਾਵੇ। ਕਸਾਈ ਦਾ ਰੂਪ ਧਾਰਨ ਕਰ ਲਿਆ, ਹੱਥ ਵਿੱਚ ਡੰਡਾ ਫੜ ਲਿਆ ਛੋਟਾ ਜਿਹਾ ਤੇ 4 ਗਾਈਆਂ ਮੂਹਰੇ ਲਾ ਲੀਆਂ।
ਬੁੱਢੀਆਂ ਜਿਹੀਆਂ ਗਾਈਆਂ ਨੇ, ਭੁੱਖੀਆਂ ਨੇ ਵਿਚਾਰੀਆਂ, ਉਹਨਾਂ ਨੂੰ ਮੂਹਰੇ ਲਾ ਲਿਆ। ਹੁਣ ਜਿੱਧਰ ਨੂੰ ਭਗਤ ਕਬੀਰ ਜੀ ਮਹਾਰਾਜ ਤੁਰੇ ਜਾਂਦੇ ਨੇ ਤੇ ਉਧਰ ਨੂੰ ਪਰਮਾਤਮਾ ਵੀ ਹੋ ਗਿਆ, ਪਿੱਛੇ ਪਿੱਛੇ ਆਉਂਦਾ, ਅੱਗੇ ਅੱਗੇ ਭਗਤ ਕਬੀਰ ਜੀ ਜਾਂਦੇ ਨੇ। ਜਦੋਂ ਆਵਾਜ਼ ਵੀ ਮਾਰਦਾ, ਗਊਆਂ ਨੂੰ ਕਹਿੰਦਾ ਚਲੋ ਤੁਹਾਨੂੰ ਬੁੱਚੜਖਾਨੇ ਦੇਵਾਂ, ਇਸ ਤਰ੍ਹਾਂ ਆਵਾਜ਼ ਮਾਰਦਾ, ਪਰ ਉਹਦੇ ਵਿੱਚ ਮਠਿਆਸ ਬੜੀ ਹੈ। ਬੋਲਦੇ ਨੇ ਬੜੇ ਲੋਕ, ਪਰਮਾਤਮਾ ਵੀ ਬੋਲਦਾ ਹੈ, ਪਰ ਸੁਣਦੇ ਨਹੀਂ ਹੈ ਲੋਕ। ਬੋਲੋ ਸਤਨਾਮ ਰੱਬ ਬੋਲਦਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਮੋਰਾ। ਰੱਬ ਬੋਲਦਾ ਹੈ। ਭਗਤ ਨਾਮਦੇਵ ਜੀ ਤੁਰੇ ਜਾਂਦੇ ਨੇ ਤੇ ਮਨ ਵਿੱਚ ਆਈ, ਮੈਂ ਕੱਪੜੇ ਰੋਜ਼ ਜਿਹੜਾ ਉਹ ਠਾਕਦਾ ਤੇ ਆਹ ਗਠੜੀ ਸਿਰ ਤੇ ਧਰ ਕੇ ਆਉਣਾ ਹੈ। ਬੇਨਤੀ ਕਰੀ ਮਹਾਰਾਜ ਇੱਕ ਮੈਨੂੰ ਨਾ ਉਹ ਘੋੜੀ ਦੇ ਦਿਓ ਕੋਈ। ਭਗਤ ਕਬੀਰ ਜੀ ਭਗਤ ਨਾਮਦੇਵ ਜੀ ਮਹਾਰਾਜ ਤੁਰੇ ਜਾਂਦੇ ਨੇ। ਇੰਨੇ ਨੂੰ ਇੱਕ ਪਠਾਨ ਦਾ ਰੂਪ ਧਾਰਨ ਕਰਿਆ ਪਰਮਾਤਮਾ ਨੇ। ਹੱਲੇ ਜਾ ਰਹਾ ਖੁਸ਼ਖਬਰੀ, ਹਾਂ ਬਲ ਬਲ ਜਾਓ, ਖੂਬ ਤੇਰੀ ਪਗਰੀ, ਮੀਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕੇ ਮਗੋਲ। ਭਗਤ ਨਾਮਦੇਵ ਜੀ ਤੁਰੇ ਜਾਂਦੇ ਨੇ, ਪਿੱਛੇ ਪਿੱਛੇ ਉਹ ਜਿਹੜਾ ਪਠਾਨ ਦਾ ਰੂਪ ਧਰਿਆ ਪਰਮਾਤਮਾ ਨੇ, ਆ ਕੇ ਕੋਲ ਆ ਕੇ ਬਸ਼ੇਰਾ ਨਿੱਕਾ ਜਿਹਾ ਭਗਾ ਕੇ ਮਾਰਿਆ। ਕਹਿੰਦੇ ਉਹ ਨਾਮਿਆ ਕਿੱਧਰ ਚੱਲਿਆ, ਇਸ ਤਰ੍ਹਾਂ ਬੋਲੇ, ਪਰ ਉਹਦੇ ਵਿੱਚ ਬੜੀ ਮਠਿਆ। ਐਂ ਕਹਿੰਦੇ ਮੈਨੂੰ ਐ ਬੋਲਣ ਵਾਲਾ ਭਗਤ ਨਾਮਦੇਵ ਜੀ ਕਹਿੰਦੇ ਕੌਣ ਹੈ? ਉਹ ਕਿੱਧਰ ਚੱਲਿਆ? ਕਹਿੰਦੇ ਜੀ ਮੈਂ ਦੁਆਰਕਾ ਨਗਰੀ ਚੱਲਿਆ। ਚੰਗਾ ਮੈਂ ਵੀ ਉੱਥੇ ਹੀ ਚੱਲਣਾ। ਦੁਆਰਕਾ ਨਗਰੀ ਕਾਹੇ ਕੇ ਮਗੋਲ, ਕਹਿੰਦੇ ਉੱਥੇ ਮੁਗਲਾਂ ਦਾ ਕੰਮ ਕੀ ਹੈ ਜਿਹੜਾ ਦੁਆਰਕਾ ਨਗਰੀ ਹੈ, ਚੱਲ ਮੈਂ ਵੀ ਉੱਥੇ ਹੀ ਚੱਲਣਾ, ਚੱਕ ਮੇਰਾ ਬਸ਼ੇਰਾ। ਭਗਤ ਨਾਮਦੇਵ ਜੀ ਦੇ ਇੱਧਰ ਦੋ ਲੱਤਾਂ ਇੱਧਰ ਲਮਕਦੀਆਂ, ਦੋ ਉੱਧਰ ਚੁੱਕੀ ਜਾਂਦੇ ਨੇ। ਕਹਦੇ ਉਹ ਮੈਂ ਤਾਂ ਚੜ੍ਹਨ ਵਾਸਤੇ ਮੰਗਿਆ ਸੀ, ਤੂੰ ਤਾਂ ਮੇਰੇ ਮੋਢਿਆਂ ਤੇ ਟੰਗਤਾ। ਇਹ ਕਿਹੋ ਜਿਹਾ ਰੰਗ ਖੇਡਿਆ? ਬੋਲੋ ਸਤਨਾਮ ਵਾਹਿਗੁਰੂ। ਹੁਣ ਤੁਰੇ ਜਾਂਦੇ ਨੇ ਭਗਤ ਨਾਮਦੇਵ ਜੀ, ਤੁਰੇ ਜਾਂਦੇ ਨੇ। ਜਿੱਥੇ ਹੋਵੇ ਜੀ ਦੁਆਰਕਾ ਨਗਰੀ, ਉੱਥੇ ਉਹ ਕੰਮ ਕੀ ਪਠਾਣਾ ਦਾ। ਜਿੱਥੇ ਹੋਵੇ ਦੁਆਰਕਾ ਨਗਰੀ, ਕੰਮ ਕੀ ਪਠਾਣਾ ਦਾ। ਜਿੱਥੇ ਹੋਵੇ ਜੀ ਦੁਆਰਕਾ ਨਗਰੀ, ਉੱਥੇ ਕੰਮ ਕੀ ਪਠਾਣਾ ਦਾ। ਜਿੱਥੇ ਹੋਵੇ ਦੁਆਰਕਾ ਨਗਰੀ, ਉੱਥੇ ਕੰਮ ਕੀ ਪਠਾਣਾ ਦਾ। ਦੁਆਰਕਾ ਨਗਰੀ ਕੰਮ ਕੀ ਪਠਾਣਾ ਦਾ। ਜਿੱਥੇ ਹੋਵੇ ਜੀ ਦੁਆਰਕਾ ਨਗਰੀ, ਉੱਥੇ ਕੰਮ ਕੀ ਪਠਾਣਾ ਦਾ। ਭਗਤ ਕਬੀਰ ਨਾਮਦੇਵ ਜੀ ਜਦੋਂ ਅੱਗੇ ਗਏ, ਕਹਿੰਦੇ ਉਹ ਤਾਂ ਇਹਦੀ ਬੋਲੀ ਬੜੀ ਮਿੱਠੀ ਹੈ, ਭਗਾ ਕੇ ਮਾਰਿਆ ਬਸ਼ੇਰਾ। ਚੱਕ ਕਹਿੰਦੇ ਮੈਂ ਨਹੀਂ ਚੱਕਦਾ। ਕਹਿੰਦੇ ਅੱਜ ਕਿਹੋ ਜਿਹਾ ਰੂਪ ਧਾਰਨ ਕਰੇ। ਜਦੋਂ ਮੈਂ ਸੋਚਿਆ ਨਾ ਦੁਆਰਕਾ ਨਗਰੀ ਤਾਂ ਉੱਥੇ ਭਗਵਾਨ ਕ੍ਰਿਸ਼ਨ ਮਹਾਰਾਜ ਦੇ ਸੇਵਕ ਰਹਿੰਦੇ ਨੇ ਤੇ ਮੁਗਲ ਹੈ, ਕੁੱਲਾ ਸਜਿਆ ਹੋਇਆ ਸਿਰ ਤੇ। ਉਸੇ ਵਕਤ ਪਰਮਾਤਮਾ ਨੇ ਆਪਣਾ ਰੂਪ ਧਾਰਨ ਕਰ। ਉਹ ਨਾਮਿਆ ਤਾਂ ਮੈਨੂੰ ਇੱਥੇ ਵੀ ਪਛਾਣਿਆ। ਕਹਿੰਦੇ ਘਟ ਮੈਂ ਹਰ ਜੂ ਬਸੈ। ਉਹ ਜਗ੍ਹਾ ਕਿਹੜੀ ਹੈ ਵੀ ਜਿੱਥੇ ਤੂੰ ਨਹੀਂ ਹੈ? ਇੱਕੋ ਇੱਕ ਇਨਸਾਨ ਦੀ ਭੁੱਲ ਹੈ, ਜਿੱਥੇ ਪਰਮਾਤਮਾ ਦੀ ਨਹੀਂ ਤਾਂ ਹਰ ਇੱਕ ਥਾਂ ਤੇ ਹੈ। ਹੁਣ ਭਗਤ ਕਬੀਰ ਜੀ ਮਹਾਰਾਜ ਤੁਰੇ ਜਾਂਦੇ ਨੇ, ਉਧਰ ਪਿੱਛੇ ਪਿੱਛੋਂ ਜਿਹੜਾ ਆ ਰਿਹਾ ਹੈ ਕਸਾਈ ਦੇ ਰੂਪ ਵਿੱਚ ਪਰਮਾਤਮਾ ਆ ਰਿਹਾ, ਹੱਥ ਵਿੱਚ ਡੰਡਾ ਫੜਿਆ ਹੋਇਆ। ਹੁਣ ਜਿੱਧਰ ਨੂੰ ਭਗਤ ਕਬੀਰ ਜੀ ਨੇ ਦੇਖਿਆ ਵੀ ਆਹ ਰਸਤਾ ਸੁਣਨਾ ਜੇ ਇੱਧਰ ਨੂੰ ਹੋ ਜਾਂਦੇ ਆ, ਉਹ ਕਸਾਈ ਵੀ ਪਿੱਛੇ ਆਉਂਦਾ। ਜਿਹੜੇ ਰਸਤੇ ਭਗਤ ਕਬੀਰ ਜਾਂਦੇ, ਜਿੱਧਰ ਨੂੰ ਭਗਤ ਜੀ ਤੁਰੇ ਜਾਂਦੇ ਨੇ, ਪਿੱਛੇ ਪਿੱਛੇ ਕਸਾਈ ਆਉਂਦਾ। ਜਿਹੜੇ ਰਸਤੇ ਭਗਤ ਕਬੀਰ ਜਾਂਦੇ, ਰੱਬ ਨੇ ਹੋਰੀ ਰੂਪ ਧਾਰਿਆ ਸੀ। ਕਿਹੋ ਜਿਹਾ ਪਰਮਾਤਮਾ ਨੇ ਰੂਪ ਧਾਰਨ ਕਰਿਆ। ਨਾਲ ਲੈ ਲਈਆਂ ਦੋ ਗਾਈਆਂ ਬੁੱਢੀਆਂ, ਗਊਆਂ ਅੱਗੇ ਤੁਰੀਆਂ ਜਾਂਦੀਆਂ, ਪਿੱਛੇ ਪਿੱਛੇ ਕਸਾਈ ਰੂਪ ਪਰਮਾਤਮਾ ਤੁਰੇ ਜਾਂਦਾ। ਨਾਲ ਲੈ ਲਈਆਂ ਦੋ ਗਾਈਆਂ ਬੁੱਢੀਆਂ, ਉਹਨੇ ਰੂਪ ਕਸਾਈ ਦਾ ਧਾਰਿਆ ਸੀ। ਹੁਣ ਕਹਿੰਦੇ ਭਗਤ ਕਬੀਰ ਤਾਂ ਝਾਕਦਾ ਹੀ ਨਹੀਂ ਮੇਰੇ ਕੰਨੀ। ਗਾਈਆਂ ਨੂੰ ਛੇਤੀ ਨਾਲ ਰਲਾਉਂਦੇ ਨੇ ਗਊਆਂ ਨੂੰ, ਫਿਰ ਉੱਚੀ ਦਿਨੇ ਆਵਾਜ਼ ਵੀ ਮਾਰਦੇ ਨੇ। ਭਗਤ ਕਬੀਰ ਜੀ ਕਹਿੰਦੇ ਰੁਪਈਏ 20 ਨੇ ਮੇਰੇ ਕੋਲੇ, ਵੱਧ ਨਹੀਂ ਹੈ। ਫਟਾਫਟ ਤੁਰੇ ਜਾਂਦੇ ਨੇ। ਉਹ ਕਸਾਈ ਨੇ ਹੋਰ ਤੇਜ਼ ਕਰਤੀ ਥੋੜੀ ਜਿਹੀ ਆਪਣੀ ਗੱਡੀ। ਭਗਤ ਕਬੀਰ ਜੀ ਦੇ ਪਾਸ ਆ ਕੇ ਜਦੋਂ ਸਾਹਮਣੇ ਸਾਹਮਣੀ ਹੋ ਗਏ ਨਾ, ਉਦੋਂ ਨਾਲੇ ਤਾਂ ਗਊਆਂ ਦੇ ਖਿੱਚ ਕੇ ਡੰਡਾ ਮਾਰਿਆ ਪਰਮਾਤਮਾ ਨੇ, ਨਾਲੇ ਇੱਕ ਵਚਨ ਕੀਤਾ। ਕਹਿੰਦੇ ਡੰਡੇ ਦਾ ਵੀ ਇਹਦੇ ਦੁੱਖ ਨਹੀਂ ਲੱਗਿਆ ਹੈ, ਮੈਂ ਡੰਡਾ ਮਾਰਿਆ ਗਊਆਂ ਦੇ। ਏਡਾ ਨਿਰਮਲ ਮਨ ਹੈ ਭਗਤ ਕਬੀਰ ਜੀ ਦਾ। ਅੱਜ ਤਾਂ ਬੜੇ ਕਠੋਰ ਹੋ ਕੇ ਤੁਰੇ ਜਾਂਦੇ ਨੇ। ਕਹਿੰਦੇ ਚਲੋ ਇੱਕ ਗੱਲ ਹੋਰ ਕਹਿ ਕੇ ਦੇਖਦੇ ਆ। ਉਹ ਕਿਹੜੀ? ਭਗਤ ਕਬੀਰ ਜੀ ਦੇ ਪਾਸ ਆ ਕੇ ਉਹਨਾਂ ਜ਼ੋਰ ਨਾਲ ਡੰਡਾ ਚਲਾਇਆ ਸੀ। ਚਲੋ ਦੇਵਾਂ ਤੁਹਾਨੂੰ ਮੈਂ ਬੁੱਛੜ ਖਾਨੇ। ਭਗਤ ਕਬੀਰ ਜੀ ਨੂੰ
ਆਖ ਸੁਨਾਇਆ ਸੀ। ਚਲੋ ਤੁਹਾਨੂੰ ਤੇ ਮੈਂ ਬੁੱਚੜਖਾਨੇ। ਭਗਤ ਕਬੀਰ ਜੀ ਕਹਿੰਦੇ ਹੁਣ ਤਾਂ ਅੰਤ ਹੀ ਹੋ ਗਿਆ ਬਸ। ਪਿੱਛੇ ਨੂੰ ਮੁੜ ਕੇ ਦੇਖਦੇ ਨੇ, ਹੁਣ ਉਹ ਕਸਾਈ ਰੂਪ ਪਰਮਾਤਮਾ ਨੇ ਮੁਖ ਪਰਲੇ ਪਾਸੇ ਕਰ ਲਿਆ ਤੇ ਡੰਡਾ ਮਾਰਦੇ ਨੇ ਤੇ ਨਾਲ ਕਹਿੰਦੇ ਨੇ ਚਲੋ ਤੁਹਾਨੂੰ ਕਸਾਈ ਬਾੜੇ ਉੱਥੇ ਦੇਉਂ ਜਾ ਕੇ ਬੁੱਚੜਖਾਨੇ ਦੇ ਵਿੱਚ। ਭਗਤ ਕਬੀਰ ਜੀ ਮਹਾਰਾਜ ਰੁਕ ਗਏ। ਪਰਮਾਤਮਾ ਕਹਿੰਦੇ ਬਣ ਗਈ ਗੱਲ, ਬੋਲੋ ਸਤਨਾਮ ਵਾਹਿਗੁਰੂ ਜੀ। ਪਿੱਛੇ ਨੂੰ ਮੁੜ ਕੇ ਕਹਿੰਦੇ ਓਏ ਆਹ ਗਊਆਂ ਨੇ ਤੇਰਾ ਕੀ ਵਿਗਾੜੇ, ਛੱਡ ਦੇ ਇਹਨਾਂ ਨੂੰ ਵਿਚਾਰੀਆਂ ਨੂੰ। ਦੇਖੋ ਕਿਵੇਂ ਆ ਭੁੱਖੀਆਂ ਨੇ, ਤੂੰ ਇਹਨਾਂ ਨੂੰ ਕਿੱਧਰ ਲਈ ਜਾਂਦਾ। ਪਰਮਾਤਮਾ ਕਹਿਣ ਲੱਗੇ ਕੰਮ ਕਰ, ਤੂੰ ਆਪਣੇ ਘਰ ਚੱਲ, ਮੈਂ ਆਪਣੇ ਘਰ ਜਾਣਾ। ਮੈਨੂੰ ਪਤਾ ਹੈ ਤੂੰ ਭਗਤ ਹੈ, ਆਪਣੇ ਆਪ ਨੂੰ ਭਗਤ ਖਵਾਉਣਾ। ਇਹਨਾਂ ਨੂੰ ਤਾਂ ਨਾ ਮੈਂ ਮੁੱਲ ਖਰੀਦ ਕੇ ਲੈ ਕੇ ਆਇਆ, ਮੁੱਲ। ਪਰਮਾਤਮਾ ਕਹਿਣ ਲੱਗੇ ਕਿੰਨੇ ਕੁ ਦੀਆਂ? ਕਹਿੰਦੇ ਬਸ 20 ਰੁਪਈਆਂ ਦੀਆਂ। ਬੋਲੋ ਸਤਨਾਮ ਵਾਹਿਗੁਰੂ। ਭਗਤ ਕਬੀਰ ਜੀ ਕਹਿੰਦੇ ਹੈ ਹੀ ਰੁਪਈਏ 20 ਮੇਰੇ ਕੋਲੇ। ਫੇਰ ਪਰਮਾਤਮਾ ਕੋਲੇ ਖੜ ਗਏ। ਭਗਤ ਕਬੀਰ ਜੀ ਕਹਿੰਦੇ ਦੇਖ, ਇੱਕ ਪੰਜੀ ਵੀ ਵੱਧ ਨਹੀਂ ਲੈਂਦਾ, ਇੱਕ ਪੰਜੀ ਘੱਟ ਨਹੀਂ ਲੈਂਦਾ। ਉਹਨੂੰ ਕਹਿੰਦੇ ਆ ਮੁਨਾਫਾ। ਜਿਵੇਂ ਸਤਿਕਾਰਯੋਗ ਸਾਡੇ ਰਾਜ ਸਿੰਘ ਜੀ ਬੈਠੇ ਨੇ, ਦੁਕਾਨ ਵੀ ਹੈ, ਚੱਕੀ ਵਾਲੇ ਕਰਕੇ ਬਾਹਲੇ ਮਸ਼ਹੂਰ ਨੇ। ਚਲੋ ਹੁੰਦਾ ਹੀ ਹਰ ਇੱਕ ਨੂੰ ਵੀ ਚਲੋ ਸਮਾਨ ਆਪਾਂ ਬਾਹਰੋਂ ਲਿਆ ਕੇ 2 ਪੈਸੇ ਬਣਾਉਣੇ ਆ, ਜਿਹੜਾ ਦੁਕਾਨ ਦਾ ਵੀ ਖਰਚ, ਘਰ ਦਾ ਵੀ ਸਭ ਕੁਝ ਚਲਾਉਣੇ। ਪਰਮਾਤਮਾ ਕਹਿੰਦੇ ਮੁਨਾਫਾ ਨਹੀਂ ਲੈਂਦਾ, 1 ਪੈਸਾ ਵੱਧ ਨਹੀਂ ਲੈਂਦਾ, 1 ਘੱਟ ਨਹੀਂ ਲੈਂਦਾ। ਕਹਿੰਦੇ ਕਿੰਨੇ? ਬਸ ਪੂਰੇ ਦੇ ਪੂਰੇ 20 ਦੇ ਦੇ ਮੈਨੂੰ। ਪਰਮਾਤਮਾ ਖੜ ਗਿਆ, ਕਹਿਣ ਲੱਗਾ ਸੋਚਦਾ ਕੀ ਹੈ? ਉਹ ਮੁਨਾਫਾ ਨਹੀਂ ਲੈਣਾ, 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 ਮੁਨਾਫਾ ਨਹੀਂ ਲੈਣਾ। ਸੋਚਦਾ ਕੀ ਹੈ? ਕਹਿੰਦੇ ਭਗਤ ਕਬੀਰ ਜੀ ਨੂੰ ਕਹਿੰਦੇ ਕੀ ਸੋਚਦਾ ਹੈ? ਸੋਚਣਾ ਕੀ ਹੈ? ਕਹਿੰਦੇ ਮੇਰੇ ਕੋਲ ਤਾਂ ਰੁਪਈਏ 20 ਨੇ। ਚਲ 20 ਨੇ ਫਿਰ ਧਰ, ਕਹਿੰਦੇ ਇੱਧਰ ਵੱਧ ਨਹੀਂ, 1 ਪੰਜੀ ਵੀ ਵੱਧ ਨਹੀਂ ਹੁੰਦਾ, ਮੇਰੇ ਵੀ 20 ਲੱਗੇ ਨੇ, ਬਸ ਤੈਥੋਂ ਵੀ 20 ਲੈਣੇ ਆ। ਅਗਲਾ ਵਚਨ ਕਿਹਾ ਪਰਮਾਤਮਾ ਨੇ, ਉਹ ਕੀ ਕਹਿੰਦੇ? ਮੇਰੇ ਲੱਗੇ ਰੁਪਈਏ ਵੀ, ਮੇਰੇ ਲੱਗੇ ਰੁਪਈਏ ਵੀ, ਮੁਨਾਫਾ ਨਹੀਂ ਲੈਣਾ, ਮੁਨਾਫਾ ਨਹੀਂ ਲੈਣਾ। ਮੇਰੇ ਲੱਗੇ ਰੁਪਈਏ ਵੀ, ਮੁਨਾਫਾ ਨਹੀਂ ਲੈਣਾ, ਮੁਨਾਫਾ ਨਹੀਂ ਲੈਣਾ। ਮੇਰੇ ਲੱਗੇ ਰੁਪਈਏ ਵੀ, ਮੁਨਾਫਾ ਨਹੀਂ ਲੈਣਾ, ਮੁਨਾਫਾ ਨਹੀਂ ਲੈਣਾ। ਜੀ ਮੇਰੇ ਲੱਗੇ ਰੁਪਈਏ ਵੀ, ਉਹ ਮੇਰੇ ਲੱਗੇ ਰੁਪਈਏ ਵੀ, ਮੁਨਾਫਾ ਨਹੀਂ ਲੈਣਾ, ਮੁਨਾਫਾ ਨਹੀਂ ਲੈਣਾ। ਮੇਰੇ ਲੱਗੇ ਰੁਪਈਏ ਵੀ, ਮੁਨਾਫਾ ਨਹੀਂ ਲੈਣਾ, ਮੁਨਾਫਾ ਨਹੀਂ ਲੈਣਾ। ਮੇਰੇ ਲੱਗੇ ਰੁਪਈਏ ਵੀ, ਮੁਨਾਫਾ ਨਹੀਂ ਲੈਣਾ, ਮੁਨਾਫਾ ਨਹੀਂ ਲੈਣਾ। ਬੜੇ ਐਸੇ ਜਿਹੜੇ ਉਹ ਸ਼ਬਦ ਬੋਲੇ ਭਗਤ ਕਬੀਰ ਜੀ ਕਹਿੰਦੇ ਵੀ ਇਉਂ ਕਰੋ, ਆ ਲੈ 20 ਰੁਪਏ, ਪਰ ਇਹਨਾਂ ਗਊਆਂ ਨੂੰ ਛੱਡ ਦੇ, ਵਿਚਾਰੀਆਂ ਭੁੱਖੀਆਂ ਨੇ। ਹੁਣ 20 ਰੁਪਏ ਪ੍ਰਮਾਤਮਾ ਨੇ ਫੜ ਲਏ ਭਗਤ ਕਬੀਰ ਜੀ ਤੋਂ, ਗਊਆਂ ਦਾ ਰੱਸਾ ਛੱਡ ਦਿੱਤਾ। ਭਗਵਾਨ ਵਾਪਸ ਮੁੜ ਗਏ। ਭਗਤ ਕਬੀਰ ਜੀ ਘਰ ਨੂੰ ਆ ਗਏ ਤੇ ਜਦੋਂ ਘਰੇ ਆਏ, ਆਉਂਦਿਆਂ ਨੂੰ ਮਾਤਾ ਲੋਈ ਬੈਠੀ ਹੈ, ਭਗਤ ਕਮਾਲਾ ਜੀ ਬੈਠੇ ਨੇ, ਬੱਚੀ ਕਮਾਲੀ ਬੈਠੀ ਹੈ, 3 ਜਾਣੇ ਬੈਠੇ ਨੇ। ਹੁਣ ਜਦੋਂ ਕਿਹਾ ਨਾ, ਮਾਤਾ ਲੋਈ ਨੇ ਦੇਖਿਆ ਭਗਵਾਨ ਆ ਗਏ, ਹੱਥ ਬੰਨ੍ਹ ਕੇ ਖੜ ਗਈ। ਭਗਤ ਜੀ ਆ ਗਏ? ਕਹਿੰਦੇ ਹਾਂ ਆ ਗਏ। ਤੇ ਸਮਾਨ ਕਿੱਥੇ ਹੈ? ਤੁਹਾਨੂੰ 20 ਰੁਪਏ ਦਿੱਤੇ ਸੀ, ਉਹਦਾ ਸਮਾਨ ਕਿੱਥੇ ਹੈ? ਕਹਿੰਦੇ ਅੱਜ ਫੇਰ ਪ੍ਰਮਾਤਮਾ ਮਿਲ ਗਿਆ, ਉਹ ਲੈ ਗਿਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਫੇਰ ਮਿਲ ਗਿਆ, ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਸੀ। ਅੱਜ ਰੱਬ ਨੂੰ ਪਛਾਣਨਾ ਬੜੀ ਔਖੀ ਗੱਲ ਹੈ। ਗੱਲਾਂ ਠੀਕ ਹੈ, ਮੈਂ ਪਹਿਲਾਂ ਵੀ ਅਰਜ਼ ਕਰਕੇ ਹਟਿਆ, ਗੱਲਾਂ ਬਥੇਰੇ ਮੇਰੇ ਵਰਗੇ ਮਾਰ ਦੇਣਗੇ, ਪਰ ਜਦੋਂ ਕਿਤੇ ਪਰਮਾਤਮਾ ਦਾ ਬਿਖਮ ਮਾਰਗ ਚੱਲਣਾ, ਕਹਿੰਦੇ ਉਹਦਾ ਮਾਰਗ ਇੰਨਾ ਔਖਾ ਹੈ ਰੱਬ ਦਾ, ਤੇ ਜਿਹੜੇ ਤੁਰੇ ਨੇ ਉਹਨਾਂ ਦੇ ਅੱਜ ਦਿਨ ਚੱਲ ਰਹੇ ਨੇ। ਛੋਟੇ ਵੱਡੇ ਸਭ ਜਾਦੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਇਹਨਾਂ ਦਿਨਾਂ ਦੇ ਵਿੱਚ ਉਹ ਜਾ ਕੇ ਨਾ ਰਾਏਕੋਟ ਰਾਏ ਕੱਲੇ ਕੋਲੇ ਬੈਠੇ ਸੀ। ਇਹਨਾਂ ਦੇ ਵਿੱਚ ਬਿਖਮ ਮਾਰਗ ਭਾਵ ਔਖਾ ਰਸਤਾ ਹੈ। ਇਸ ਕਰਕੇ ਮਾਤਾ ਲੋਈ ਜੀ ਕਹਿੰਦੇ ਅੱਜ ਕਿਵੇਂ? ਕਹਿੰਦੇ ਅੱਜ ਪਰਮਾਤਮਾ ਨੇ ਨਾ ਕਸਾਈ ਦਾ ਰੂਪ ਧਾਰਨ ਕਰਿਆ ਸੀ। ਕਹਿੰਦੇ ਰੁਪਈਏ 20 ਲੈ ਗਿਆ ਮੈਥੋਂ ਤੋਂ ਫੜ ਕੇ। ਫਿਰ ਬਹਿ ਗਏ ਚਾਰੇ, ਬੈਠ ਗਏ ਇਸ ਤਰ੍ਹਾਂ ਹੈ, ਚੌਂਕੜਾ ਮਾਰ ਲਿਆ ਚਾਰਾਂ ਨੇ।
ਚਾਰਾਂ ਨੇ ਇੱਕ ਦੂਸਰੇ ਕਨੀ ਮੁੱਖ ਕਰ ਲਏ ਇਸ ਤਰ੍ਹਾਂ। ਹੁਣ ਕਹਿੰਦੇ ਕਿਵੇਂ ਕਰਾਂਗੇ ਵਿਆਹ? ਭਗਤ ਕਬੀਰ ਜੀ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਕਿਵੇਂ ਕਰਾਂਗੇ, ਹੁਣ ਤਾਂ ਕੁਝ ਨਹੀਂ ਹੈ। ਵਿਚਾਲੇ ਪਰਮਾਤਮਾ ਪ੍ਰਗਟ ਹੋ ਗਿਆ। ਭਗਤ ਕਬੀਰ ਜੀ ਕੀ ਗੱਲ ਡੋਲ ਗਏ? ਨਹੀਂ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਕਰ ਹੱਥ। ਕਹਿੰਦੇ ਇਸ ਤਰ੍ਹਾਂ ਨਹੀਂ ਡੋਲਦੇ, ਜਦੋਂ ਤੁਹਾਡਾ ਹੱਥ ਸਿਰ ਤੇ ਹੋਵੇ ਫਿਰ ਅਸੀਂ ਕਿਉਂ ਡੋਲਾਂਗੇ? ਭਗਤ ਕਬੀਰ ਜੀ ਮਹਾਰਾਜ ਕਹਿਣ ਲੱਗੇ ਆ ਗਿਆ? ਕਹਿੰਦੇ ਹਾਂ ਆ ਗਿਆ। ਅੱਛਾ, ਫਿਰ ਭਗਤ ਕਬੀਰ ਜੀ ਕਹਿਣ ਲੱਗੇ ਹੁਣ ਅਸੀਂ ਬੱਚੀ ਦਾ ਕਿਆ ਵਿਆਹ ਕਿਵੇਂ ਕਰਾਂਗੇ? ਕਹਿੰਦੇ ਭਗਤਾਂ ਦੇ ਬਸ ਹਾਂ ਮੈਂ ਤਾਂ, ਇਹ ਭਗਤ ਮੈਨੂੰ ਬੰਨ ਲੈਂਦੇ ਨੇ, ਹੋਰ ਕੋਈ ਵੀ ਐਸਾ ਮਨੁੱਖ ਨਹੀਂ ਹੈ ਜਿਹੜਾ ਮੈਨੂੰ ਬੰਨ ਲਵੇ। ਜਬ ਹਮ ਬਾਂਧੇ ਮੋਹ ਪਾਸਾਂ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੁੱਟਣ का जतन करो हम छूटे तुम आराधे। ਕਹਿਣ ਲੱਗੇ ਪਰਮਾਤਮਾ ਨੇ ਕਿਹਾ ਬਈ ਮੈਂ ਤਾਂ ਕੇਵਲ ਤੇ ਕੇਵਲ ਬਸ ਤੁਹਾਡੇ ਵੱਸ ਵਿੱਚ ਹੀ ਹਾਂ, ਹੋਰ ਨਹੀਂ ਮੈਨੂੰ ਕੋਈ ਬਸ ਕਰ ਸਕਦਾ। ਹੱਥ ਬੰਨ ਲਏ ਪਰਮਾਤਮਾ ਨੇ। ਭਗਤ ਕਬੀਰ ਜੀ ਕੋਲੇ ਖੜ ਕੇ ਕਹਿੰਦਾ ਉਹ ਮੈਂ ਤਾਂ ਬਸ ਹਾਂ ਭਗਤਾਂ ਦੇ ਜੀ, ਮੈਂ ਤਾਂ ਬਸ ਹਾਂ ਭਗਤਾਂ ਦੇ, ਉਹਨਾਂ ਦਾ ਕਹਿਆ ਕਦੇ ਨਾ ਮੋੜਾਂ। ਬਸ ਹਾਂ ਭਗਤਾਂ ਦੇ, ਉਹਨਾਂ ਦਾ ਕਹਿਆ